ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜੋਤ ਰੂਪ ਹਰਿ ਆਪ ਗੁਰ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਵੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖਹੁ ਨੈਣ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਇ। ਅੰਧ ਲਖੈ ਬਦਰੁ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੂ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੂ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸਤਿਗੁਰ ਪੂਰੇ ਭਾਣਾ ਤਾ ਜਪਿਆ ਨਾਮ ਰਮਾਣਾ। ਸਤਿਗੁਰ ਪੂਰੇ ਭਾਣਾ ਤਾ ਜਪਿਆ ਨਾਮ ਰਮਾਣਾ। ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ। ਹਰਿ ਕੇ ਚਰਨ ਸਦਾ ਸੁਖਦਾਈ। ਜੋ ਇੱਛੈ ਸੋਈ ਫਲ ਪਾਵਹਿ
ਬਿਰਥੀ ਆਸ ਨ ਜਾਈ। ਰਹਾਉ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ, ਸੋਈ ਸੰਤ ਗੁਣ ਗਾਵੈ। ਪ੍ਰੇਮ ਭਗਤ ਤਾ ਕਾ ਮਨ ਲੀਣਾ, ਪਾਰ ਬ੍ਰਹਮ ਮਨ ਭਾਵੈ। ਆਠ ਪਹਿਰ ਹਰ ਕਾ ਜਸ ਰਵਣਾ, ਬਿਖੈ ਠਗੌਰੀ ਲਾਥੀ। ਸੰਗ ਮਿਲਾਏ ਲੀਆ ਮੇਰੈ ਕਰਤੈ, ਸੰਤ ਸਾਧ ਭਏ ਸਾਥੀ। ਕਰ ਗਹਿ ਲੀਨੇ ਸਰਬਸ ਦੀਨੇ, ਆਪਹਿ ਆਪ ਮਿਲਾਇਆ। ਕਹੋ ਨਾਨਕ ਸਰਬ ਥੋਕ ਪੂਰਨ, ਪੂਰਾ ਸਤਿਗੁਰ ਪਾਇਆ। ਕਰ ਗਹਿ ਲੀਨੇ ਸਰਬਸ ਦੀਨੇ, ਆਪਹਿ ਆਪ ਮਿਲਾਇਆ। ਕਹੋ ਨਾਨਕ ਸਰਬ ਥੋਕ ਪੂਰਨ, ਪੂਰਾ ਸਤਿਗੁਰ ਪਾਇਆ। ਸੋਰਠ ਮਹੱਲਾ ਪੰਜਵਾ। ਸਤਿਗੁਰ ਪੂਰੇ ਭਾਣਾ, ਤਾ ਜਪਿਆ ਨਾਮ ਰਮਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ। ਜਿਸ ਪ੍ਰਕਾਰ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਹੈ, ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਗ੍ਰੰਥੀ ਸਿੰਘ ਸਾਹਿਬਾਨ ਜੀ ਵੱਲੋਂ ਪੜ੍ਹੇ ਸੁਣੇ ਗਏ ਹਨ। ਉਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਉਸ ਦੇ ਵਿੱਚੋਂ ਆਪ ਜੀ ਨੇ ਸ਼ਬਦ ਦੇ ਪਾਠ ਨੂੰ ਸਰਵਣ ਕੀਤਾ ਹੈ। ਇਹ ਪਾਵਨ ਪਵਿੱਤਰ ਕਥਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸੋਰਠ ਰਾਗ ਦੇ ਅੰਦਰ ਸ਼ਬਦਾਂ ਦੇ ਅੰਦਰ ਚੱਲ ਰਹੀ ਹੈ, ਜੋ ਕਿ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਨਗਰਾਂ ਦੇ ਅੰਦਰ ਵਿਚਰ ਕੇ ਕਰਨ ਦੇ ਪ੍ਰੋਗਰਾਮ ਬਣਾਏ ਗਏ। ਪਿੱਛੇ 3-4 ਪਿੰਡਾਂ ਦੇ ਅੰਦਰ ਇਹ ਗੁਰਬਾਣੀ ਦੀ ਲੜੀਵਾਰ ਕਥਾ ਸੰਗਤਾਂ ਦੇ ਨਾਲ ਗੁਰੂ ਕੀ ਪਾਵਨ ਬਾਣੀ ਦੇ ਸ਼ਬਦ ਦੀ ਵਿਚਾਰ ਨੂੰ ਸਾਂਝਿਆਂ ਕੀਤਾ ਗਿਆ। ਅੱਜ ਆਪਣੇ ਉੱਪਰ ਸਤਿਗੁਰੂ ਜੀ ਮਹਾਨ ਕਿਰਪਾ ਕਰ ਰਹੇ ਹਨ। ਇਸ ਨਗਰ ਦੇ ਅੰਦਰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਪ੍ਰਾਰੰਭ ਹੋ ਰਹੀ ਹੈ।
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਰਠ ਰਾਗ ਦੇ ਅੰਦਰ ਇਹ ਪਾਵਨ ਪਵਿੱਤਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤੇ ਹਨ। ਕਥਾ ਦੀ ਬਾਬਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਹਨ ਕਿ ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਸਭ ਤੋਂ ਉੱਤਮ ਤੇ ਸਭ ਤੋਂ ਸ੍ਰੇਸ਼ਟ ਉਸ ਹਰੀ ਪਰਮੇਸ਼ਰ ਦੀ ਕਥਾ ਹੈ। ਉਸ ਹਰੀ ਪਰਮੇਸ਼ਰ ਦੀ ਸਿਫਤ ਸਲਾਹ, ਉਹਦੇ ਗੁਣਾਂ ਦਾ ਵਿਖਿਆਨ ਕਰਨਾ, ਇਹ ਸਭ ਤੋਂ ਉੱਤਮ ਤੇ ਸ੍ਰੇਸ਼ਟ ਕਥਾ ਹੈ। ਜਿਸ ਨੂੰ ਸਰਵਣ ਕਰਕੇ ਨਾਮ ਸੁਣਤ ਦਰਦ ਦੁੱਖ ਲੱਥਾ। ਜਿੰਨੇ ਦੁੱਖ ਹਨ, ਜਿੰਨੇ ਦਰਦ ਹਨ, ਸਭ ਉਹ ਲੈ ਜਾਂਦੇ ਹਨ। ਇਹ ਕਥਾ ਦੀ ਮਹਾਨ ਕਿਰਪਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਸਿੱਖਾਂ ਦੇ ਅੰਦਰ ਚੱਲਦੀ ਆ ਰਹੀ ਸੀ। ਜਿਵੇਂ ਗੁਰੂ ਘਰ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਹੋਏ, ਜਿਨ੍ਹਾਂ ਨੇ ਵਾਰਾਂ ਦੀ ਰਚਨਾ ਕੀਤੀ, ਸਿੱਖ ਸੰਗਤਾਂ ਦੇ ਤਾਈਂ ਗੁਰਬਾਣੀ ਦੀ ਕਥਾ ਵਿਆਖਿਆ ਦੁਆਰਾ ਉਪਦੇਸ਼ ਸੰਗਤਾਂ ਦੇ ਨਾਲ ਸਾਂਝਿਆਂ ਕਰਦੇ ਰਹੇ। ਇਸੇ ਪ੍ਰਕਾਰ ਹੀ ਸਿੱਖ ਪੰਥ ਦੇ ਮਹਾਨ ਸ਼ਹੀਦ ਭਾਈ ਮਣੀ ਸਿੰਘ ਜੀ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੋ ਕੇ ਮਹਾਨ ਗੁਰੂ ਕੀ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਿੱਖ ਸੰਗਤਾਂ ਦੇ ਨਾਲ ਸਾਂਝਿਆਂ ਕੀਤੀ। ਇਸੇ ਪ੍ਰਕਾਰ ਅੱਗੇ ਤੋਂ ਅੱਗੇ ਇਹ ਪ੍ਰਥਾ ਜੋ ਕਥਾ ਦੀ ਹੈ, ਗੁਰੂ ਘਰ ਦੇ ਅੰਦਰ ਚੱਲਦੀ ਆ ਰਹੀ ਹੈ ਕਿ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੀ ਹੈ। ਉਸ ਦੀ ਵਿਚਾਰ ਨੂੰ ਸੰਗਤ ਰੂਪ ਦੇ ਅੰਦਰ ਮਿਲ ਬੈਠ ਕੇ ਵਿਚਾਰਨਾ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਬਾਣੀ ਦੀ ਕਥਾ ਨੂੰ ਸਰਵਣ ਕਰਨਾ, ਇਹ ਸਤਿਗੁਰੂ ਜੀ ਕਹਿੰਦੇ ਬੜੀ ਵੱਡੀ ਤੇ ਅਮੋਲਕ ਦਾਤ ਹੈ, ਜਿਸ ਨੂੰ ਸਰਵਣ ਕਰਨਾ। ਸੋ ਸਤਿਗੁਰਾਂ ਨੇ ਸਾਡੇ ਉੱਤੇ ਮਹਾਨ ਕਿਰਪਾ ਕੀਤੀ ਹੈ। ਆਪਾਂ ਗੁਰੂ ਕੀ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੋਰਠ ਰਾਗ ਦੇ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਬਖਸ਼ਿਸ਼ ਕੀਤਾ ਹੈ, ਜਿਸ ਦੇ ਅੰਦਰ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਹਾਉ ਦੀਆਂ ਪੰਕਤੀਆਂ ਦੇ ਅੰਦਰ ਮਹਾਰਾਜ ਬਚਨ ਕਰਦੇ ਹਨ, ਹਰਿ ਕੇ ਚਰਨ ਸਦਾ ਸੁਖਦਾਈ, ਜੋ ਇੱਛੈ ਸੋਈ ਫਲ ਪਾਵਹਿ, ਬਿਰਥੀ ਆਸ ਨਾ ਜਾਈ। ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਦੇ ਜਿਹੜੇ ਚਰਨ ਹਨ, ਉਹ ਸਦਾ ਸੁਖ ਨੂੰ ਦੇਣ ਵਾਲੇ ਹੈ, ਤੇ ਜਿੱਦਾਂ ਦੀ ਵੀ ਕੋਈ ਇੱਛਾ ਰੱਖਦਾ ਉੱਦਾਂ ਦਾ ਫਲ ਉਹਨੂੰ ਦੇਣ ਵਾਲੇ। ਕਿਸੇ ਦੀ ਆਸ ਜਿਹੜੀ ਆ ਉਹ ਬਿਰਥੀ ਖਾਲੀ ਨਹੀਂ ਜਾਂਦੀ। ਪ੍ਰਤੱਖ ਰੂਪ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਿੱਖ ਸੰਗਤਾਂ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰਾਂ ਕਰਦੀਆਂ, ਸਤਿਗੁਰਾਂ ਦੇ ਚਰਨਾਂ ਨੂੰ ਸਪਰਸ਼ ਕਰਦੀਆਂ ਤੇ ਮਹਾਨ ਦਾਤਾਂ ਪ੍ਰਾਪਤ ਹੁੰਦੀਆਂ। ਪਰ ਹੁਣ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਜਿਹੜੇ ਸ਼ਬਦ ਹਨ, ਇਹੀ ਸਤਿਗੁਰਾਂ ਨੇ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਹੀ ਉਪਦੇਸ਼ ਬਖਸ਼ਿਸ਼ ਕੀਤੇ ਹਨ ਕਿ ਇਹ ਸਾਡੇ ਚਰਨ ਹਨ। ਸਤਿਗੁਰਾਂ ਦੀ ਪਾਵਨ ਬਾਣੀ ਦਾ ਬਚਨ ਹੈ, ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਸਤਿਗੁਰੂ ਜੀ ਕਹਿੰਦੇ ਜੋ ਗੁਰੂ ਕੀ ਪਾਵਨ ਗੁਰਬਾਣੀ ਦੇ ਸ਼ਬਦ ਹਨ, ਇਹਨਾਂ ਨੂੰ ਆਪਣੇ ਹਿਰਦੇ 'ਚ ਵਸਾਉਣਾ ਸਾਡੇ ਚਰਨ ਵਸਾਉਣੇ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਰਿ ਕੇ ਚਰਨ ਸਦਾ ਸੁਖਦਾਈ। ਜੋ ਗੁਰੂ ਕੀ ਪਾਵਨ ਗੁਰਬਾਣੀ ਦੇ ਸ਼ਬਦ ਹਨ, ਜਿਨ੍ਹਾਂ ਦੇ ਅੰਦਰ ਨਿਰੋਲ ਪਰਮੇਸ਼ਰ ਦੀ ਮਹਿਮਾ, ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਹੋਈ ਹੈ, ਉਹਨਾਂ ਸ਼ਬਦਾਂ ਨੂੰ ਜਦੋਂ ਕੋਈ ਹਿਰਦੇ ਦੇ ਅੰਦਰ ਵਸਾ ਲੈਂਦਾ, ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲੈਂਦਾ, ਉਹ ਸਦਾ ਹੀ ਸੁਖ ਵਾਲਾ ਬਣ ਜਾਂਦਾ।
ਕਿਉਂਕਿ ਸ਼ਬਦ ਦੁਆਰਾ ਸਾਨੂੰ ਉਹ ਸੁੱਖ ਪ੍ਰਾਪਤ ਹੁੰਦਾ ਜਿਹੜਾ ਸੰਸਾਰ ਦੇ ਅੰਦਰ ਹੈ ਨਹੀਂ। ਸੰਸਾਰੀ ਪਦਾਰਥਾਂ ਦੇ ਅੰਦਰ, ਸੰਸਾਰੀ ਵਿਸ਼ਿਆਂ ਦੇ ਅੰਦਰ ਉਹ ਸੁੱਖ ਨਹੀਂ ਹੈ ਜਿਹੜਾ ਗੁਰੂ ਕੀ ਪਾਵਨ ਗੁਰਬਾਣੀ ਦੇ ਸ਼ਬਦਾਂ ਤੋਂ ਪ੍ਰਾਪਤ ਹੁੰਦਾ। ਪਾਵਨ ਗੁਰਬਾਣੀ ਤੋਂ ਜੋ ਸਾਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਅਧਿਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਉਹ ਸਤਿਗੁਰੂ ਜੀ ਕਹਿੰਦੇ ਗੁਰੂ ਕੀ ਪਾਵਨ ਬਾਣੀ ਦੇ ਸ਼ਬਦਾਂ ਦੁਆਰਾ ਪ੍ਰਾਪਤ ਹੁੰਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਇਹਨਾਂ ਹਰੀ ਪਰਮੇਸ਼ਰ ਦੀ ਸਿਫਤ ਸਲਾਹ ਵਾਲੇ ਸ਼ਬਦਾਂ ਨੂੰ ਹਿਰਦੇ 'ਚ ਵਸਾ ਲਿਆ, ਉਹਨਾਂ ਦੀ ਕੋਈ ਵੀ ਇੱਛਾ ਜਿਹੜੀ ਹੈ ਉਹ ਖਾਲੀ ਨਹੀਂ ਰਹਿੰਦੀ। ਸਾਰੀਆਂ ਇੱਛਾਵਾਂ ਉਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ। ਇਸ ਪ੍ਰਕਾਰ ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਆਪਾਂ ਸ਼ਬਦ ਦੀ ਵਿਚਾਰ ਨੂੰ ਸਰਵਣ ਕਰੀਏ। ਸਾਰੀ ਸੰਗਤ ਇੱਕ ਵਾਰੀ ਪ੍ਰੇਮ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸਤਿਗੁਰ ਪੂਰੇ ਭਾਣਾ, ਤਾ ਜਪਿਆ ਨਾਮ ਰਮਾਣਾ। ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਗੁਰੂ ਦੇ ਭਾਣੇ ਦੇ ਵਿੱਚ ਚੱਲ ਕੇ, ਸਤਿਗੁਰ ਪੂਰੇ ਭਾਣਾ, ਭਾਣਾ ਕੀ ਹੈ? ਉਹ ਪਰਮੇਸ਼ਰ ਦਾ ਹੁਕਮ ਹੈ। ਜਿਨ੍ਹਾਂ ਨੇ ਹੁਕਮ ਦੇ ਵਿੱਚ ਚੱਲ ਕੇ ਤੇ ਪੂਰੇ ਸਤਿਗੁਰੂ ਦਾ ਉਪਦੇਸ਼ ਪ੍ਰਾਪਤ ਕਰਕੇ ਜਪਿਆ ਨਾਮ ਰਮਾਣਾ, ਜੋ ਸਭ ਥਾਵਾਂ 'ਤੇ ਰਮਿਆ ਹੋਇਆ ਰਾਮ ਪ੍ਰਭੂ ਪਰਮੇਸ਼ਰ ਹੈ, ਉਸ ਦੇ ਨਾਮ ਨੂੰ ਜਪਿਆ ਹੈ। ਕਿਉਂਕਿ ਹੁਕਮ ਪਰਮੇਸ਼ਰ ਦਾ ਜਿਹੜਾ ਹੈ ਉਹ ਸਭ ਤੋਂ ਵੱਡਾ ਹੈ। ਉਹਦੇ ਹੁਕਮ ਦੇ ਵਿੱਚ ਆ ਕੇ ਹੀ ਸਾਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪਾਂ ਪਾਵਨ ਬਾਣੀ ਜਪਜੀ ਸਾਹਿਬ ਪੜ੍ਹਦੇ ਹਾਂ। ਉਹਦੇ ਅੰਦਰ ਸਤਿਗੁਰਾਂ ਨੇ ਪਹਿਲੀ ਪੌੜੀ ਦੇ ਅੰਦਰ ਹੀ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਹੈ ਉਹਨੂੰ ਅੰਕਿਤ ਕੀਤਾ। ਜਦੋਂ ਸਵਾਲ ਹੋਇਆ ਕਿ ਜੀ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਕਿ ਜੇ ਸੋਚ ਨੂੰ ਰੱਖ ਕੇ, ਪਵਿੱਤਰਤਾ ਨੂੰ ਰੱਖ ਕੇ ਵੀ ਨਹੀਂ ਉਹਦੀ ਪ੍ਰਾਪਤੀ ਹੁੰਦੀ, ਜੇ ਮੌਨ ਧਾਰਨ ਕਰਕੇ, ਚੁੱਪ ਧਾਰਨ ਕਰਕੇ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ, ਜੇ ਇਸ ਮਨ ਨੂੰ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਵਾ ਖਵਾ ਕੇ ਰਜਾ ਦਈਏ ਕਿ ਇਹਦੀ ਤ੍ਰਿਪਤੀ ਹੋ ਜਾਏ, ਫਿਰ ਇਹ ਸਿੱਧੇ ਬੰਨੇ ਲੱਗ ਜਾਏ, ਤੇ ਫਿਰ ਵੀ ਨਹੀਂ ਪ੍ਰਾਪਤੀ ਹੁੰਦੀ। ਜੇ ਕੋਈ ਵੇਦਾਂ ਸ਼ਾਸਤਰਾਂ ਦੀਆਂ ਸਿਆਣਪਾਂ ਗਿਆਨ ਪੜ੍ਹ ਕੇ ਇਹਦੇ ਦੁਆਰਾ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ, ਫਿਰ ਹੁੰਦੀ ਕਿਵੇਂ ਹੈ? ਫਿਰ ਸਵਾਲ ਆਉਂਦਾ ਹੈ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਫਿਰ ਸਚਿਆਰ ਕਿਵੇਂ ਹੋਈਏ? ਫਿਰ ਜਿਹੜੀ ਝੂਠ ਦੀ ਕੰਧ ਅੰਦਰ ਬਣੀ ਹੈ, ਪਰਦਾ ਪਿਆ ਹੋਇਆ, ਉਹਨੂੰ ਦੂਰ ਕਿਵੇਂ ਕਰੀਏ? ਤਾਂ ਸਤਿਗੁਰੂ ਜੀ ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਸਤਿਗੁਰੂ ਜੀ ਕਹਿੰਦੇ ਹੁਕਮ ਰਜਾਈ, ਜੋ ਹੁਕਮ ਕਰਨ ਵਾਲਾ ਹੁਕਮੀ ਪਰਮੇਸ਼ਰ ਵਾਹਿਗੁਰੂ ਹੈ, ਉਹਦੀ ਰਜਾ ਦੇ ਵਿੱਚ ਚੱਲ ਕੇ, ਉਹਦੇ ਭਾਣੇ ਦੇ ਵਿੱਚ ਚੱਲ ਕੇ ਫਿਰ ਹੀ ਉਹਦੇ ਤੱਕ ਅਪੜਿਆ ਜਾ ਸਕਦਾ ਹੈ। ਕਿਉਂਕਿ ਇੱਕ ਬੰਨੇ ਆਪਾਂ ਪਰਮੇਸ਼ਰ ਦਾ ਹੁਕਮ ਮੰਨਦੇ ਹਾਂ, ਅਤੇ ਕਈ ਵਾਰ ਇਨਸਾਨ ਦਾ ਇਹ ਸੁਭਾਅ ਹੋ ਜਾਂਦਾ, ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ। ਇੱਕ ਬੰਨੇ ਤੇ ਗੁਰੂ ਨੂੰ, ਪਰਮੇਸ਼ਰ ਨੂੰ ਸਲਾਮ ਵੀ ਕਰਨੀ, ਮੱਥਾ ਵੀ ਟੇਕਣਾ, ਦੂਸਰੇ ਬੰਨੇ ਜਵਾਬ ਵੀ ਦੇ ਦੇਣਾ, ਗੱਲ ਵੀ ਨਹੀਂ ਮੰਨਣੀ। ਸਲਾਮ ਜਵਾਬ ਦੋਵੇਂ ਕਰੇ, ਦੋਵੇਂ ਹੀ ਕਰਦਾ। ਫਿਰ ਸਤਿਗੁਰੂ ਜੀ ਕਹਿੰਦੇ ਉਹ ਅਸਲੀ ਸੁੱਖ ਦੀ, ਜੋ ਇਹ ਆਪਾਂ ਨੂੰ ਮਨੋਰਥ ਮਨੁੱਖਾ ਜਨਮ ਧਾਰਨ ਦਾ ਮਿਲਿਆ ਹੋਇਆ, ਉਹ ਨਹੀਂ ਸਿੱਧ ਹੋ ਸਕਦਾ। ਮਨੁੱਖਾ ਜਨਮ ਜਿਸ ਵਾਸਤੇ ਮਿਲਿਆ
ਪ੍ਰਭੂ ਪਰਮੇਸ਼ਰ ਦੀ ਭਗਤੀ, ਉਹਦੀ ਪ੍ਰਾਪਤੀ ਵਾਸਤੇ, ਜੰਮਣ ਮਰਨ ਮਿਟਣ ਵਾਸਤੇ ਉਹ ਜਿਹੜਾ ਸਿਧਾਂਤ ਹੈ, ਉਹ ਜਿਹੜਾ ਸੁੱਖ ਹੈ, ਉਹ ਨਹੀਂ ਪ੍ਰਾਪਤ ਹੋ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਤਿਗੁਰ ਪੂਰੇ ਭਾਣਾ। ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਅਤੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਆ ਕੇ, ਭਾਣੇ ਦੇ ਵਿੱਚ ਆ ਕੇ ਤਾਂ ਜਪਿਆ ਨਾਮ ਰਮਾਣਾ। ਤਾਂ ਹੀ ਜਿਹੜਾ ਪਰਮੇਸ਼ਰ ਦਾ ਰਮੇ ਹੋਏ ਰਾਮ ਦਾ ਜਿਹੜਾ ਜਪਿਆ ਹੋਇਆ ਨਾਮ ਹੈ, ਉਹਦੇ ਦੁਆਰਾ ਸਾਨੂੰ ਇਹ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਗੋਬਿੰਦ ਕਿਰਪਾ ਧਾਰੀ, ਪ੍ਰਭ ਰਾਖੀ ਪੈਜ ਹਮਾਰੀ। ਸਤਿਗੁਰੂ ਜੀ ਕਹਿੰਦੇ ਜਦੋਂ ਗੋਬਿੰਦ, ਗੋ ਨਾਮ ਹੁੰਦਾ ਧਰਤੀ ਦਾ, ਬਿੰਦ ਨਾਮ ਹੁੰਦਾ ਪਾਲਣਾ ਕਰਨ ਦਾ। ਜਿੰਨੀ ਇਹ ਧਰਤੀ ਹੈ, ਇਹਦੀ ਜੋ ਪਾਲਣਾ ਕਰਨ ਵਾਲਾ ਹੈ ਉਹ ਪਰਮੇਸ਼ਰ ਵਾਹਿਗੁਰੂ ਹੈ। ਇਸ ਕਰਕੇ ਉਸ ਨੂੰ ਗੋਬਿੰਦ ਆਖਿਆ ਜਾਂਦਾ। ਜਾਂ ਗੋ ਨਾਮ ਹੁੰਦਾ ਸਾਡੀਆਂ ਇੰਦਰੀਆਂ ਦਾ। ਜਿੰਨੀਆਂ ਸਾਡੀਆਂ ਗਿਆਨ ਇੰਦਰੀਆਂ ਹਨ, ਕਰਮ ਇੰਦਰੀਆਂ ਹਨ, ਇਹਨਾਂ ਦੀ ਜੋ ਪਾਲਣਾ ਕਰਨ ਵਾਲਾ ਹੈ, ਇਹਨਾਂ ਨੂੰ ਜਿਹੜਾ ਸੱਤਾ ਸਫੁਰਤੀ ਬਖਸ਼ਣ ਵਾਲਾ, ਅੱਖਾਂ ਵੇਖਣ ਦਾ ਕੰਮ ਕਰ ਰਹੀਆਂ, ਕੰਨ ਸੁਣਨ ਦਾ ਕੰਮ ਕਰ ਰਹੇ ਹੈ, ਜੀਭਾ ਬੋਲਣ ਦਾ ਅਤੇ ਰਸ ਲੈਣ ਦਾ ਕੰਮ ਕਰ ਰਹੀ ਹੈ, ਚਮੜੀ ਜਿਹੜੀ ਆ ਉਹ ਸਪਰਸ਼ ਦਾ ਕੰਮ ਕਰ ਰਹੀ ਹੈ। ਉਹ ਸਾਰੇ ਜਿੰਨੇ ਅੰਗ ਪ੍ਰਤੰਗ ਸਾਡੇ ਵੱਖੋ ਵੱਖਰੇ ਕੰਮ ਕਰ ਰਹੇ ਹੈ, ਉਹਦੀ ਸੱਤਾ ਦੁਆਰਾ ਕਰ ਰਹੇ ਹੈ। ਉਹ ਗੋਬਿੰਦ ਜੋ ਪਰਮੇਸ਼ਰ ਵਾਹਿਗੁਰੂ ਇਹਨਾਂ ਨੂੰ ਸੱਤਾ ਬਖਸ਼ ਰਿਹਾ ਅਤੇ ਇਹ ਕੰਮ ਕਰ ਰਹੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਐਸਾ ਜੋ ਗੋਬਿੰਦ ਪਰਮੇਸ਼ਰ ਹੈ ਕਿਰਪਾ ਧਾਰੀ। ਜਦੋਂ ਉਸ ਨੇ ਆਪਣੀ ਕਿਰਪਾ ਧਾਰੀ ਦਾ ਅਰਥ ਕੀਤੀ ਹੈ, ਪ੍ਰਭ ਰਾਖੀ ਪੈਜ ਹਮਾਰੀ, ਫਿਰ ਉਹ ਪ੍ਰਭੂ ਪਰਮੇਸ਼ਰ ਨੇ ਸਾਡੀ ਜਿਹੜੀ ਪੈਜ ਸੀ, ਸਾਡੀ ਜਿਹੜੀ ਇੱਜ਼ਤ ਸੀ, ਉਹ ਲੋਕ ਪਰਲੋਕ ਦੇ ਅੰਦਰ ਆਪ ਹੀ ਉਸ ਨੇ ਰੱਖੀ ਹੈ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਰੱਖਿਆ ਕਰਨ ਵਾਲਾ ਲੋਕ ਪਰਲੋਕ ਦੇ ਅੰਦਰ ਸਾਡਾ ਸੁਆਮੀ ਮਾਲਕ ਇੱਕੋ ਪ੍ਰਭੂ ਪਰਮੇਸ਼ਰ ਹੀ ਹੈ। ਉਸ ਤੋਂ ਬਿਨਾਂ ਕੋਈ ਵੀ ਚੀਜ਼ ਜਿਹੜੀ ਹੈ ਸਾਡੀ ਰੱਖਿਆ ਨਹੀਂ ਕਰ ਸਕਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਪ੍ਰਭੂ ਪਰਮੇਸ਼ਰ ਨੇ ਜਦੋਂ ਕਿਰਪਾ ਕੀਤੀ ਹੈ, ਫਿਰ ਲੋਕ ਪਰਲੋਕ ਦੇ ਅੰਦਰ ਸਾਡੀ ਰਾਖੀ ਹੋਈ ਹੈ। ਹਰਿ ਕੇ ਚਰਨ ਸਦਾ ਸੁਖਦਾਈ। ਸਤਿਗੁਰੂ ਜੀ ਕਹਿੰਦੇ ਹਰੀ ਪਰਮੇਸ਼ਰ ਦੇ ਜਿਹੜੇ ਚਰਨ ਹਨ, ਉਹ ਪਰਮੇਸ਼ਰ ਦੇ ਨਾਮ ਰੂਪ ਚਰਨ, ਸ਼ਬਦ ਰੂਪ ਚਰਨ ਜਿਹੜੇ ਹਨ, ਉਹ ਸਦਾ ਹੀ ਸੁਖਦਾਈ ਹਨ। ਉਹ ਸਦਾ ਹੀ ਸੁਖ ਨੂੰ ਦੇਣ ਵਾਲੇ ਹੈ। ਇਸ ਕਰਕੇ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਅੰਦਰ ਬਚਨ ਕਰਦੇ ਹਨ ਕਿ ਸੁਖ ਹਰੇਕ ਮਨੁੱਖ ਚਾਹੁੰਦਾ ਹੈ ਕਿ ਉਹਨੂੰ ਸੁਖ ਦੀ ਪ੍ਰਾਪਤੀ ਹੋਏ। ਪਰ ਸਤਿਗੁਰੂ ਜੀ ਕਹਿੰਦੇ ਜੇ ਤੂੰ ਸਦਾ ਸੁਖ ਦੀ ਪ੍ਰਾਪਤੀ ਚਾਹੁੰਦਾ ਕਿ ਸਦਾ ਹੀ ਸੁਖ ਤੇਰਾ ਬਣਿਆ ਰਵੇ, ਤਾਂ ਸਤਿਗੁਰੂ ਜੀ ਬਚਨ ਕਰਦੇ ਹਨ ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇਹ। ਜੇ ਤੂੰ ਚਾਹੁੰਦਾ ਇਨਸਾਨ ਕਿ ਤੇਰੀ ਜ਼ਿੰਦਗੀ ਦੇ ਅੰਦਰੋਂ ਸੁੱਖ ਨਾ ਜਾਵੇ, ਤੇਰਾ ਹਰ ਸਮੇਂ ਮਨ ਜਿਹੜਾ ਉਹ ਖੁਸ਼ੀ ਦੇ ਸਹਿਤ ਹੋਵੇ, ਮਨ ਦੇ ਅੰਦਰ ਕਿਸੇ ਪ੍ਰਕਾਰ ਦਾ ਔਗਣ ਜਿਹੜਾ ਉਹ ਭਾਰੀ ਨਾ ਪਵੇ, ਤਾਂ ਸਤਿਗੁਰੂ ਜੀ ਕਹਿੰਦੇ ਫਿਰ ਤੂੰ ਰਾਮ ਦੀ ਸ਼ਰਨ ਲੈ। ਰਾਮ ਦੀ ਸ਼ਰਨ ਪੈ ਕੇ ਹੀ ਤੈਨੂੰ ਸਦੀਵੀ ਸੁੱਖ ਜਿਹੜਾ ਉਹ ਪ੍ਰਾਪਤ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਰਾਮ ਦੀ ਸ਼ਰਨ ਦੇ ਵਿੱਚ ਰਾਮ ਦੀ ਸਿਫਤ ਸਲਾਹ ਦੇ ਗੁਣ ਜਿਹੜੇ ਆ ਉਹਨਾਂ ਨੂੰ ਗਾ, ਜਿਹਦੇ ਦੁਆਰਾ ਤੈਨੂੰ ਸਦਾ ਹੀ ਸੁੱਖ ਦੀ ਪ੍ਰਾਪਤੀ ਹੋਵੇਗੀ। ਜੋ ਇੱਛਾ ਹੈ ਸੋਈ ਫਲ ਪਾਵਹਿ, ਬਿਰਥੀ ਆਸ ਨਾ ਜਾਈ। ਸਤਿਗੁਰੂ ਜੀ ਕਹਿੰਦੇ ਫਿਰ ਜਿੱਦਾਂ ਦੀ ਕੋਈ ਇੱਛਾ ਰੱਖਦਾ ਹੈ, ਜੋ ਇੱਛਾ ਹੈ, ਜੋ ਵੀ ਉਹਦੀ ਚਿਤਵਣੀ ਹੁੰਦੀ ਹੈ, ਜੋ ਵੀ ਉਹਦੀ ਮਨ ਦੀ ਭਾਵਨਾ ਹੁੰਦੀ ਹੈ, ਸੋਈ ਫਲ ਪਾਵ ਹੈ, ਉਹੀ ਫਲ ਉਹਨੂੰ ਪ੍ਰਾਪਤ ਹੋ ਜਾਂਦੇ। ਬਿਰਥੀ ਆਸ ਨਾ ਜਾਈ। ਅਤੇ ਇੱਥੇ ਫਿਰ ਸਤਿਗੁਰੂ ਜੀ ਕਹਿੰਦੇ ਉਹਦੀ ਆਸਾ ਜਿਹੜੀ ਹੈ ਉਹ ਬਿਰਥੀ ਖਾਲੀ ਨਹੀਂ ਜਾਂਦੀ। ਇੱਥੋਂ ਉਹਨੂੰ ਨਿਰਾਸ਼ਤਾ ਨਹੀਂ ਹਾਸਲ ਹੁੰਦੀ। ਇੱਥੋਂ ਉਹਨੂੰ ਸੁੱਖ ਜਿਹੜਾ ਅਧਿਆਤਮ ਦਾ, ਲੋਕ ਅਤੇ ਪ੍ਰਲੋਕ ਦਾ, ਭੋਗ ਅਤੇ ਮੋਖ ਦਾ, ਸਾਰੇ ਹੀ ਸੁੱਖ ਜਿਹੜੇ ਆ ਸਤਿਗੁਰੂ ਜੀ ਕਹਿੰਦੇ ਉਹਨੂੰ ਪ੍ਰਾਪਤ ਹੋ ਜਾਂਦੇ ਹਨ। ਰਹਾਉ ਕਿਰਪਾ ਕਰੇ ਜਿਸ ਪ੍ਰਾਣ ਪਤ ਦਾਤਾ, ਸੋਈ ਸੰਤ ਗੁਣ ਗਾਵੈ। ਸਤਿਗੁਰੂ ਜੀ ਅੱਗੇ ਉਚਾਰਨ ਕਰਦੇ ਹਨ ਜਿਨ੍ਹਾਂ ਦੇ ਉੱਤੇ ਪ੍ਰਾਣਾਂ ਦਾ ਪਤੀ ਜੋ ਪਰਮੇਸ਼ਰ ਵਾਹਿਗੁਰੂ ਹੈ ਉਸ ਨੇ ਕਿਰਪਾ ਕੀਤੀ ਹੈ।
ਜਿੱਥੇ ਪਰਮੇਸ਼ਰ ਦੇ ਬੇਅੰਤ ਨਾਮ ਹਨ, ਉੱਥੇ ਉਹ ਪਰਮੇਸ਼ਰ ਦਾ ਨਾਮ ਹੈ ਪ੍ਰਾਣਪਤੀ। ਜਿਹੜੇ ਸਾਡੇ ਪ੍ਰਾਣ ਹਨ, ਸਵਾਸ ਹਨ, ਇਹਨਾਂ ਦਾ ਪਤੀ ਕਹੀਏ ਮਾਲਕ। ਜਿਹੜੇ ਸਵਾਸ ਸਾਡੇ ਚੱਲਦੇ ਹੈ, ਕਿੰਨੇ ਸਵਾਸ ਅਸੀਂ ਭੋਗਣੇ ਹੈ, ਕਿੰਨੇ ਲਿਖੇ ਹੈ, ਇਹ ਸਭ ਉਹਦਾ ਮਾਲਕ ਉਹ ਪਰਮੇਸ਼ਰ ਵਾਹਿਗੁਰੂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੋ ਪ੍ਰਾਣਾਂ ਦਾ ਪਤੀ ਪਰਮੇਸ਼ਰ ਵਾਹਿਗੁਰੂ ਹੈ, ਜਦੋਂ ਉਸ ਨੇ ਕਿਰਪਾ ਕੀਤੀ ਹੈ ਸੋਈ ਸੰਤ ਗੁਣ ਗਾਵੇ। ਸਤਿਗੁਰੂ ਜੀ ਕਹਿੰਦੇ ਪ੍ਰਾਣਾਂ ਦਾ ਜੋ ਦਾਤਾ ਪਰਮੇਸ਼ਰ ਵਾਹਿਗੁਰੂ ਹੈ, ਉਹ ਜਿਹਦੇ 'ਤੇ ਕਿਰਪਾ ਕਰ ਦਿੰਦਾ ਉਹੀ ਸੰਤ ਗੁਣ ਗਾਵੇ। ਉਹੀ ਗੁਣ ਗਾਉਂਦਾ ਹੋਇਆ ਪਰਮੇਸ਼ਰ ਦੇ ਸੰਤ ਬਣ ਜਾਂਦਾ, ਜਾਂ ਉਹੀ ਅਸਲੀ ਸੰਤ ਜਿਹੜਾ ਸਹੀ ਮਾਇਨਿਆਂ ਦੇ ਅੰਦਰ ਮੰਨਿਆ ਜਾਂਦਾ ਹੈ, ਜਿਹੜਾ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ। ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸੰਤ ਦਾ ਅਰਥ ਹੈ ਸ਼ਾਂਤੀ। ਜਿਸ ਦੇ ਮਨ ਦੇ ਅੰਦਰ ਸ਼ਾਂਤ ਹੈ, ਜਿਹਦੇ ਮਨ ਦੇ ਅੰਦਰ ਕੋਈ ਸੰਕਲਪ ਵਿਕਲਪ ਫੁਰਨੇ ਨਹੀਂ ਉੱਠਦੇ, ਜਿਹਦਾ ਮਨ ਪੂਰੀ ਤਰ੍ਹਾਂ ਨਿਰਮਲ ਅਤੇ ਉੱਜਲ ਹੋ ਚੁੱਕਿਆ, ਉਹ ਸ਼ਾਂਤ ਹੈ, ਉਹ ਸੰਤ ਹੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਉੱਤੇ ਸਵਾਸਾਂ ਦੇ ਮਾਲਕ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਉਹ ਉਹਦੇ ਪਰਮਾਤਮਾ ਦੇ ਸਿਫਤ ਸਲਾਹ ਦੇ ਗੁਣਾਂ ਨੂੰ ਗਾਉਂਦੇ ਹਨ। ਪ੍ਰੇਮ ਭਗਤ ਤਾ ਕਾ ਮਨ ਲੀਣਾ, ਪਾਰ ਬ੍ਰਹਮ ਮਨ ਭਾਵੈ। ਸਤਿਗੁਰੂ ਜੀ ਕਹਿੰਦੇ ਪ੍ਰੇਮਾ ਭਗਤੀ ਦੇ ਵਿੱਚ ਜਿਨ੍ਹਾਂ ਦਾ ਮਨ ਲੀਨ ਹੋ ਗਿਆ, ਕਲਯੁਗ ਦੇ ਸਮੇਂ ਦੇ ਅੰਦਰ ਪ੍ਰੇਮਾ ਭਗਤੀ ਜਿਹੜੀ ਹੈ, ਇਸ ਨੂੰ ਸਰਵੋਤਮਤਾ ਦਿੱਤੀ ਗਈ ਹੈ। ਧਾਰਮਿਕ ਗ੍ਰੰਥਾਂ ਦੇ ਅੰਦਰ 9 ਪ੍ਰਕਾਰ ਦੀ ਭਗਤੀ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਦੇ ਵਿੱਚੋਂ ਸਰਵਣ ਭਗਤੀ ਹੈ, ਮੰਨਣ ਭਗਤੀ ਹੈ, ਫਿਰ ਇਸੇ ਪ੍ਰਕਾਰ ਕੀਰਤਨ ਕਰਨ ਰੂਪ ਭਗਤੀ ਹੈ। ਪਰ ਇਹ ਸਾਰਿਆਂ ਦੇ ਵਿੱਚ ਸਭ ਤੋਂ ਸਰਵੋਤਮ ਜੇ ਹੈ ਤੇ ਉਹ ਪ੍ਰੇਮ ਹੈ, ਕਿਉਂਕਿ ਪ੍ਰੇਮ ਦੇ ਨਾਲ ਹੀ ਸੁਣਿਆ ਹੋਇਆ ਸਫਲਾ ਹੁੰਦਾ, ਪ੍ਰੇਮ ਦੇ ਨਾਲ ਹੀ ਜਿਹੜਾ ਪਰਮੇਸ਼ਰ ਦਾ ਜਸ ਕੀਤਾ ਹੋਵੇ ਉਹ ਸਫਲਾ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪ੍ਰੇਮ ਭਗਤ ਜਾ ਕਾ ਮਨ ਲੀਨਾ। ਜਿਨ੍ਹਾਂ ਦਾ ਮਨ ਸਤਿਗੁਰੂ ਜੀ ਕਹਿੰਦੇ ਪ੍ਰੇਮਾ ਭਗਤੀ ਦੇ ਵਿੱਚ ਲੀਨ ਹੋ ਗਿਆ, ਪਾਰ ਬ੍ਰਹਮ ਮਨ ਭਾਵੈ। ਉਹ ਪਾਰ ਬ੍ਰਹਮ ਜੋ ਪਾਪਾਂ ਅਤੇ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ, ਉਸ ਨੂੰ ਪਾਰ ਬ੍ਰਹਮ ਆਖਿਆ ਜਾਂਦਾ, ਜਿਹਦੇ 'ਤੇ ਪਾਪ ਅਤੇ ਪੁੰਨ ਦੀ ਕੋਈ ਲੇਸ ਵੀ ਨਹੀਂ। ਇਹਦੇ ਤੋਂ ਜਿਹੜਾ ਸੁਤੰਤਰ ਹੈ ਬ੍ਰਹਮ, ਜਿਹੜਾ ਵਿਆਪਕ ਸਰੂਪ ਹੈ, ਕਣ ਕਣ ਦੇ ਅੰਦਰ ਰਮਿਆ ਹੋਇਆ, ਉਹ ਪਾਰ ਬ੍ਰਹਮ ਹੈ। ਸਤਿਗੁਰੂ ਜੀ ਕਹਿੰਦੇ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਵਿੱਚ ਉਹਨਾਂ ਦਾ ਮਨ ਜਿਹੜਾ ਉਹ ਭਾ ਜਾਂਦਾ, ਜਾਂ ਉਹ ਜਿਹੜੇ ਪ੍ਰੇਮਾ ਭਗਤੀ ਕਰਦੇ ਹੈ ਉਹ ਪਾਰ ਬ੍ਰਹਮ ਪਰਮੇਸ਼ਰ ਨੂੰ ਭਾ ਜਾਂਦੇ ਆ, ਉਹਨੂੰ ਚੰਗੇ ਲੱਗਦੇ ਆ, ਕਿਉਂਕਿ ਪਰਮੇਸ਼ਰ ਭਗਤੀ 'ਤੇ ਪ੍ਰਸੰਨ ਹੁੰਦਾ। ਹੋਰ ਕਿਸੇ ਪ੍ਰਕਾਰ ਦੇ ਸਾਧਨ 'ਤੇ ਉਹ ਪ੍ਰਸੰਨ ਨਹੀਂ ਹੁੰਦਾ, ਉਹ ਖੁਸ਼ ਨਹੀਂ ਹੁੰਦਾ। ਚਾਹੇ ਆਪਾਂ ਕਿੰਨਾ ਗਿਆਨ ਧਿਆਨ ਪੜ੍ਹ ਲਈਏ, ਚਾਹੇ ਉਹ ਪਰਮੇਸ਼ਰ ਦੇ ਅੱਗੇ ਭੋਗ ਪਦਾਰਥ ਮਾਇਆ ਅਰਪਣ ਕਰੀ ਜਾਈਏ, ਇਹਦੇ ਨਾਲ ਉਹ ਪ੍ਰਸੰਨ ਨਹੀਂ ਹੁੰਦਾ। ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਭਗਤੀ ਤੋਖਿਤ ਦੀਨ ਕਿਰਪਾਲਾ, ਗੁਣ ਹੈ ਨਾ ਕਿਤੇ ਹੀ ਭਿੱਗਾ। ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਗੋਬਿੰਦ ਭਾਓ ਭਗਤ ਦਾ ਭੁੱਖਾ, ਪ੍ਰੇਮਾ ਭਗਤੀ ਦਾ ਉਹ ਭੁੱਖਾ ਹੈ। ਜਿਨ੍ਹਾਂ ਭਗਤਾਂ ਨੇ ਉਹਦੇ ਨਾਲ ਪ੍ਰੇਮ ਦੇ ਰੂਪ ਦੇ ਵਿੱਚ ਭਗਤੀ ਕੀਤੀ ਹੈ, ਉਹ ਪਰਮੇਸ਼ਰ ਨੂੰ ਸਤਿਗੁਰੂ ਜੀ ਕਹਿੰਦੇ ਭਾ ਗਏ ਆ, ਚੰਗੇ ਲੱਗਣ ਲੱਗ ਗਏ ਹੈ। ਆਠ ਪਹਿਰ ਹਰ ਕਾ ਜਸ ਰਵਣਾ, ਵਿਖੈ ਠਗੌਰੀ ਲਾਥੀ। ਸਤਿਗੁਰੂ ਜੀ ਕਹਿੰਦੇ 8 ਪਹਿਰ ਹੀ ਜਿਨ੍ਹਾਂ ਨੇ ਹਰੀ ਦੇ ਪਰਮੇਸ਼ਰ ਦੇ ਜਸ ਨੂੰ ਰਵਣਾ ਕਹੀਏ ਉਚਾਰਨ ਕੀਤਾ ਹੈ, ਆਪਣੀ ਰਸਨਾ ਤੋਂ ਜਿਨ੍ਹਾਂ ਨੇ ਪਰਮੇਸ਼ਰ ਦੇ ਜਸ ਨੂੰ ਗਾਇਨ ਕੀਤਾ ਹੈ। ਵਿਖੈ ਠਗੌਰੀ ਲਾਥੀ, ਵਿਖੈ ਨਾਮ ਹੁੰਦਾ ਵਿਸ਼ਿਆਂ ਦਾ, ਜ਼ਹਿਰ ਦਾ, ਅਤੇ ਠਗੌਰੀ ਹੁੰਦੀ ਹੈ ਠੱਗ ਬੂਟੀ, ਉਹ ਸਾਰੀ ਉਹਨਾਂ ਦੀ ਲਹਿ ਜਾਂਦੀ ਹੈ। ਜਿਵੇਂ ਜਿਹੜੇ ਠੱਗ ਲੋਕ ਹੁੰਦੇ ਹੈ, ਉਹਨਾਂ ਦੇ ਕੋਲ ਇੱਕ ਬੂਟੀ ਹੁੰਦੀ ਹੈ, ਉਹ ਬੂਟੀ ਸੰਘਾ ਕੇ ਉਹਨੂੰ ਬੇਹੋਸ਼ ਕਰਕੇ ਅਤੇ ਜਿਹੜਾ ਕੋਈ ਰਾਹ ਗ੍ਰਾਹੀ ਹੈ ਉਹਦੀ ਜਿੰਨਾ ਧਨ ਪਦਾਰਥ ਹੁੰਦਾ ਲੁੱਟ ਲੈਂਦੇ ਆ। ਜਿਵੇਂ ਆਪਾਂ ਕਹਿ ਦਈਏ ਅੱਜ ਬੇਹੋਸ਼ੀ ਦੀ ਦਵਾਈ, ਕਿਸੇ ਨੂੰ ਸੰਘਾ ਕੇ ਉਹਦਾ ਸਾਰਾ ਮਾਲ ਧਨ ਲੁੱਟ ਲੈਣਾ,
ਉਹਨੂੰ ਠੱਗ ਬੂਟੀ ਕਹਿੰਦੇ ਆ, ਠੱਗਾਂ ਦੀ ਬੂਟੀ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਜਿੰਨੇ ਇਹ ਵਿਸ਼ੇ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੇ ਕੋਲੇ ਵਾਸ਼ਨਾ ਦੀ ਬੂਟੀ ਹੈ। ਜਿਹੜਾ ਕਾਮ ਹੈ ਉਹ ਸਾਡੇ ਅੰਦਰ ਵਾਸ਼ਨਾ ਪੈਦਾ ਜਦੋਂ ਕਰਦਾ, ਸਾਨੂੰ ਬੇਹੋਸ਼ ਕਰ ਦਿੰਦਾ। ਲੋਕ ਦੀ, ਸਮਾਜ ਦੀ ਜਿੰਨੀ ਵੀ ਮਰਿਆਦਾ ਬਣੀ ਹੁੰਦੀ ਆ ਉਹਨੂੰ ਮਨੁੱਖ ਭੁੱਲ ਜਾਂਦਾ। ਐਸੀ ਇਹ ਠੱਗ ਬੂਟੀ ਪਾਉਂਦਾ, ਬੇਹੋਸ਼ ਕਰ ਦਿੰਦਾ। ਇਸੇ ਪ੍ਰਕਾਰ ਕ੍ਰੋਧ ਹੈ, ਜਦੋਂ ਕ੍ਰੋਧ ਆਪਣੀ ਬੂਟੀ ਪਾਉਂਦਾ ਫਿਰ ਆਪਣੇ ਪਰਾਏ ਦਾ ਖਿਆਲ ਹੀ ਅੰਦਰੋਂ ਨਿਕਲ ਜਾਂਦਾ। ਧਾਰਮਿਕ ਗ੍ਰੰਥਾਂ ਦੇ ਅੰਦਰ ਕ੍ਰੋਧ ਦਾ ਸਰੂਪ ਬਿਆਨ ਕੀਤਾ ਹੈ ਕਿ ਕ੍ਰੋਧ ਜਦੋਂ ਮਨੁੱਖ ਦੇ ਅੰਦਰ ਆਉਂਦਾ ਹੈ ਤੇ ਇਹ ਕਿਵੇਂ ਆਪਣਾ ਪ੍ਰਭਾਵ ਪਾਉਂਦਾ। ਤਾਂ ਧਾਰਮਿਕ ਗ੍ਰੰਥ ਲਿਖਦੇ ਆ ਕਿ ਜਦੋਂ ਕ੍ਰੋਧ ਆਉਂਦਾ ਹੈ ਤੇ ਉਹ ਇੱਦਾਂ ਕਹਿੰਦਾ ਹੈ, ਅੰਧ ਕਰੋ ਦ੍ਰਿਗਵੰਤਨ ਕੋ, ਸ਼ਰੁਤਵੰਤਨ ਕੋ ਬਦਰੋਂ ਕਰ ਡਾਰੋ। ਕਹਿੰਦਾ ਹੈ ਕਿ ਕ੍ਰੋਧ ਦੀ ਇਹ ਸ਼ਕਤੀ ਹੈ। ਕ੍ਰੋਧ ਕਹਿੰਦਾ ਅੰਧ ਕਰੋ ਦ੍ਰਿਗਵੰਤਨ ਕੋ, ਜਿਨ੍ਹਾਂ ਦੀਆਂ ਅੱਖਾਂ ਸਹੀ ਸਲਾਮਤ ਕੰਮ ਕਰਦੀਆਂ, ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਹੈ, ਦੇਖਦੇ ਆ ਸਭ ਕੁਝ, ਉਹਨਾਂ ਨੂੰ ਮੈਂ ਅੰਨ੍ਹਿਆਂ ਕਰ ਦਿੰਦਾ। ਜਿਨ੍ਹਾਂ ਦੇ ਕੰਨ ਜਿਹੜੇ ਸਹੀ ਸਲਾਮਤ ਹੈ, ਸੁਣਦੇ ਆ ਸਭ ਕੁਝ, ਉਹਨਾਂ ਨੂੰ ਮੈਂ ਬੋਲੇ ਕਰ ਦਿੰਦਾ। ਜਦੋਂ ਮਨੁੱਖ 'ਤੇ ਕ੍ਰੋਧ ਸਵਾਰ ਹੁੰਦਾ ਉਹ ਕਹਿੰਦਾ ਨਾ ਮੈਨੂੰ ਕੁਝ ਨਹੀਂ ਦਿਸਦਾ, ਹੁਣ ਮੈਂ ਕਿਸੇ ਦੀ ਨਹੀਂ ਸੁਣਨੀ, ਅੰਨਾ ਵੀ ਕਰਤਾ ਬੋਲਾ ਵੀ ਕਰਤਾ, ਠੱਗ ਬੂਟੀ ਪਾ ਦਿੱਤੀ। ਇਸ ਕਰਕੇ ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਮੋਹ ਦੀ ਹੈ, ਫਿਰ ਇਸੇ ਪ੍ਰਕਾਰ ਲੋਭ ਦੀ ਹੈ। ਲੋਭ ਦੀ ਲਾਲਚੀ ਬਿਰਤੀ ਅੰਦਰ ਜਦੋਂ ਪਾ ਦਿੰਦਾ ਹੈ, ਇਸੇ ਪ੍ਰਕਾਰ ਫਿਰ ਹੰਗਤਾ ਦੀ ਹੈ, ਹੰਕਾਰ ਦੀ ਹੈ। ਸਭ ਕੁਝ ਕਰ ਕਰਾ ਕੇ ਤੇ ਮਗਰੋਂ ਹੰਕਾਰ ਦਾ ਜਿਹੜਾ ਉਹ ਬੂਟੀ ਪੈ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵਿਖੇ ਠਗੌਰੀ ਲਾਥੀ। ਇਹ ਜਿੰਨੇ ਵਿਸ਼ੇ ਵਿਕਾਰ ਹਨ, ਕਾਮ ਕ੍ਰੋਧ ਹਨ, ਸਾਨੂੰ ਬੇਹੋਸ਼ ਕਰਕੇ ਤੇ ਜਿਹੜਾ ਸਾਡੇ ਚੰਗੇ ਗੁਣ ਹੈ ਉਹਨਾਂ ਨੂੰ ਲੁੱਟਣ ਵਾਲੇ ਹੈ, ਉਹ ਸਾਰੇ ਲੈ ਗਏ ਹੈ। ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਇਸ ਦੇਹੀ ਅੰਦਰ ਪੰਚ ਚੋਰ ਵਸਹਿ, ਅੰਮ੍ਰਿਤ ਲੂਟੈ। ਫਿਰ ਸਤਿਗੁਰੂ ਜੀ ਕਹਿੰਦੇ ਉਹ ਜਿਹੜੇ ਪੰਜ ਚੋਰ ਹੈ ਉਹ ਸਾਡੇ ਸ਼ੁਭ ਗੁਣ ਜਿਹੜੇ ਹੈ, ਜਦੋਂ ਕਾਮ ਨੇ ਆਪਣਾ ਪ੍ਰਭਾਵ ਪਾਇਆ ਤੇ ਵਿਚਾਰ ਮਰ ਗਈ, ਜਦੋਂ ਕ੍ਰੋਧ ਨੇ ਆਪਣਾ ਪ੍ਰਭਾਵ ਪਾਇਆ ਤੇ ਸ਼ਾਂਤੀ ਮਰ ਗਈ। ਇਸੇ ਪ੍ਰਕਾਰ ਜਦੋਂ ਲੋਭ ਨੇ ਆਪਣਾ ਪ੍ਰਭਾਵ ਜਿਹੜਾ ਉਹ ਪਾਇਆ ਤੇ ਅੰਦਰੋਂ ਜਿਹੜਾ ਸੰਤੋਖ ਸੀ ਉਹ ਖੰਭ ਲਾ ਕੇ ਉੱਡ ਗਿਆ, ਸੰਤੋਖ ਖਤਮ ਹੋ ਗਿਆ। ਸਤ, ਸੰਤੋਖ, ਦਇਆ, ਧਰਮ, ਧੀਰਜ, ਵਿਰਾਗ, ਵਿਵੇਕ, ਇਹ ਜਿੰਨੇ ਚੰਗੇ ਗੁਣ ਸਨ ਇਹਨਾਂ ਨੂੰ ਲੁੱਟਣ ਵਾਲੇ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਉੱਤੇ ਪ੍ਰਭੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਆਠ ਪਹਿਰ ਹਰਿ ਕਾ ਜਸ ਰਵਣਾ, ਜਿਹੜੇ ਅੱਠੇ ਪਹਿਰ ਹਰੀ ਪਰਮੇਸ਼ਰ ਦੇ ਜਸ ਨੂੰ ਉਚਾਰਨ ਕਰਦੇ ਹੈ, ਉਹਨਾਂ ਦੀ ਵਿਖੇ ਠਗੌਰੀ ਲਾਥੀ। ਇਹ ਵਿਸ਼ਿਆਂ ਦੀ ਜਿਹੜੀ ਬੂਟੀ ਹੈ, ਠੱਗ ਬੂਟੀ, ਇਹ ਸਾਰੀ ਲੈ ਜਾਂਦੀ ਹੈ। ਸੰਗ ਮਿਲਾਏ ਲੀਆ ਮੇਰਾ ਕਰਤੈ, ਸੰਤ ਸਾਧ ਭਏ ਸਾਥੀ। ਸਤਿਗੁਰੂ ਜੀ ਅੱਗੇ ਉਚਾਰਨ ਕਰਦੇ ਹਨ, ਸੰਗ ਮਿਲਾਏ ਲੀਆ, ਉਹ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਨਾਲ ਉਹਨਾਂ ਨੂੰ ਮੇਲ ਲਿਆ। ਕਿਸ ਨੇ? ਮੇਰਾ ਕਰਤਾ, ਉਹ ਕਰਤੇ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਸਰੂਪ ਦੇ ਵਿੱਚ ਉਹਨਾਂ ਨੂੰ ਮਿਲਾ ਲਿਆ। ਸੰਤ ਸਾਧ ਭਏ ਸਾਥੀ, ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਸੰਤ ਸਨ, ਮਨ ਦੀ ਸਾਧਨਾ ਜਿਨ੍ਹਾਂ ਨੇ ਕੀਤੀ ਹੋਈ, ਐਸੇ ਜਿਹੜੇ ਸਾਧੂ ਸਨ ਉਹ ਭਏ ਸਾਥੀ, ਉਹ ਸੰਗੀ ਸਾਥੀ ਬਣ ਗਏ। ਸਾਧ ਸੰਗਤ ਦੇ ਅੰਦਰ ਜਿਹੜੇ ਕੋਈ ਸੰਗਤ ਕਰਨ ਵਾਲੇ ਉਹ ਸੰਗੀ ਸਾਥੀ ਹੁੰਦੇ। ਜਿਹੜੇ ਕੋਈ ਮਿਲ ਕੇ ਸੰਗਤ ਕਰਦੇ ਹੈ, ਪਰਮੇਸ਼ਰ ਦਾ ਜਸ ਕਰਦੇ ਆ, ਭਗਤੀ ਕਰਦੇ ਆ, ਫਿਰ ਉਹ ਆਪਣੇ ਨਾਲਦਿਆਂ ਦੀ ਮਦਦ ਕਰਦੇ ਹੈ, ਸਹਾਇਤਾ ਕਰਦੇ ਆ, ਉਹਨੂੰ ਔਗਣਾਂ ਤੋਂ ਬਚਾਉਂਦੇ ਹੈ, ਮਾੜੇ ਪਾਸੇ ਤੋਂ ਰੋਕਦੇ ਹੈ, ਚੰਗੇ ਪਾਸੇ ਵੱਲ ਪ੍ਰੇਰਿਤ ਕਰਦੇ। ਸੰਗਤ ਦਾ ਇਹ ਲਾਭ, ਇਹ ਫਾਇਦਾ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਸੰਗੀ ਜਿਹੜੇ ਸਨ, ਸਾਧੂ ਮਹਾਤਮਾ ਸੰਤ ਸਨ, ਉਹ ਸਾਰੇ ਸਾਥੀ ਬਣ ਗਏ, ਸਹਾਇਤਾ ਕਰਨ ਵਾਲੇ ਹੋ ਗਏ। ਕਰ ਗਹਿ ਲੀਨੇ ਸਰਬਸ ਦੀਨੇ, ਆਪਹਿ ਆਪ ਮਿਲਾਇਆ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਨੇ ਹੁਣ ਸਾਡਾ ਹੱਥ ਫੜ ਲਿਆ। ਸਾਡੇ ਮਨ ਦਾ ਜਿਹੜਾ ਸੰਕਲਪ ਰੂਪੀ ਹੱਥ ਜੀ, ਜਿਸ ਮਨ ਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਫੁਰਨੇ ਉੱਠਦੇ ਸੀ, ਉਹ ਮਨ ਹੁਣ ਪਰਮੇਸ਼ਰ ਨੇ ਫੜ ਲਿਆ। ਕਰ ਗਹਿ ਲੀਨੇ ਸਰਬਸ ਦੀਨੇ, ਤੇ ਉਹਨੇ ਸਾਰਾ ਕੁਝ ਹੀ ਫਿਰ ਸਾਨੂੰ ਦੇ ਦਿੱਤਾ।
ਜਦੋਂ ਮਨ ਗੁਰੂ ਦੇ ਅੱਗੇ ਅਰਪਣ ਕਰ ਦਿੱਤਾ, ਜਦੋਂ ਮਨ ਦੀ ਮਰਜ਼ੀ ਛੱਡ ਦਿੱਤੀ, ਗੁਰੂ ਦੇ ਹੁਕਮ 'ਚ ਮਨ ਚੱਲਣ ਲੱਗ ਪਿਆ, ਫਿਰ ਸਭ ਕੁਝ ਹੀ ਗੁਰੂ ਇਸ ਨੂੰ ਦੇ ਦਿੰਦਾ। ਆਪ ਹੈ ਆਪ ਮਿਲਾਇਆ, ਫਿਰ ਆਪ ਹੀ ਉਹ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਸਰੂਪ ਦੇ ਵਿੱਚ ਮਿਲਾ ਲਿਆ। ਕਹੋ ਨਾਨਕ ਸਰਬ ਥੋਕ ਪੂਰਨ, ਪੂਰਾ ਸਤਿਗੁਰ ਪਾਇਆ। ਸਤਿਗੁਰੂ ਜੀ ਅੱਗੇ ਉਚਾਰਨ ਕਰਦੇ ਹਨ, ਸਰਬ ਥੋਕ ਪੂਰਨ, ਜਿੰਨੇ ਥੋਕ ਪਦਾਰਥ ਹਨ ਸਭ ਤਰ੍ਹਾਂ ਕਰਕੇ ਉਸ ਨੂੰ ਪੂਰਨ ਕਰ ਦਿੱਤਾ। ਉਹਦੇ ਜੀਵਨ ਦੇ ਵਿੱਚ ਸਾਰੇ ਪਦਾਰਥ, ਧਰਮ, ਅਰਥ, ਕਾਮ, ਮੋਖ, ਇਸੇ ਪ੍ਰਕਾਰ ਪ੍ਰੇਮ ਪਦਾਰਥ, ਮੁਕਤ ਪਦਾਰਥ, ਗਿਆਨ ਪਦਾਰਥ, ਇਹ ਜਿੰਨੇ ਪਦਾਰਥ ਸਨ ਸਾਰੇ ਉਹਦੀ ਝੋਲੀ ਦੇ ਵਿੱਚ ਪਾ ਦਿੱਤੇ। ਪੂਰਾ ਸਤਿਗੁਰ ਪਾਇਆ। ਜਦੋਂ ਪੂਰੇ ਸਤਿਗੁਰੂ ਦੇ ਨਾਲ, ਪੂਰੇ ਸਤਿਗੁਰੂ ਦੀ ਪ੍ਰਾਪਤੀ ਜੀਵ ਨੂੰ ਹੋ ਗਈ, ਪੂਰੇ ਸਤਿਗੁਰੂ ਤੋਂ ਉਪਦੇਸ਼ ਮਿਲ ਗਿਆ, ਨਾਮ ਦੀ ਬਰਕਤ ਮਿਲ ਗਈ, ਫਿਰ ਸਤਿਗੁਰੂ ਜੀ ਕਹਿੰਦੇ ਸਾਰੇ ਜਿਹੜੇ ਪਦਾਰਥ ਸਨ ਉਸ ਨੂੰ ਪ੍ਰਾਪਤ ਹੋ ਗਏ। ਸੋਰਠ ਮਹੱਲਾ ਪੰਜਵਾ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੇ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਹ ਪਾਵਨ ਸ਼ਬਦ ਦੀ ਉਥਾਨਕਾ ਹੈ। ਉਥਾਨਕਾ ਉਸ ਨੂੰ ਆਖਿਆ ਜਾਂਦਾ ਕਿ ਇਹ ਸ਼ਬਦ ਸਤਿਗੁਰਾਂ ਨੇ ਕਦੋਂ ਅਤੇ ਕਿਸ ਪ੍ਰਯੋਜਨ ਨੂੰ ਲੈ ਕੇ ਉਚਾਰਨ ਕੀਤਾ, ਕੀ ਕਾਰਨ ਬਣਿਆ ਇਸ ਸ਼ਬਦ ਉਚਾਰਨ ਕਰਨ ਦਾ, ਉਹਨੂੰ ਉਥਾਨਕਾ ਕਹਿੰਦੇ ਆ ਸ਼ਬਦ ਦੀ। ਜਿਸ ਸਮੇਂ ਜਿਹੜਾ ਪ੍ਰਿਥੀ ਚੰਦ ਸਤਿਗੁਰਾਂ ਦਾ ਭਰਾ ਸੀ, ਜਦੋਂ ਇਸ ਨੂੰ ਗੁਰਤਾ ਗੱਦੀ ਨਹੀਂ ਮਿਲੀ, ਫਿਰ ਇਸ ਨੇ ਜਹਾਂਗੀਰ ਬਾਦਸ਼ਾਹ ਦੇ ਪਾਸ ਜਾ ਕੇ ਕਿ ਮੇਰਾ ਨਿਆਂ ਕਰਾਓ, ਮੈਨੂੰ ਗੁਰਤਾ ਗੱਦੀ ਦਿਵਾਓ। ਅਤੇ ਜਹਾਂਗੀਰ ਨੇ ਵੀ ਇਸ ਨੂੰ ਜਵਾਬ ਦੇ ਦਿੱਤਾ ਸੀ ਕਿ ਨਹੀਂ, ਜੋ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਕਰ ਦਿੱਤਾ ਆਪਣੇ ਹੱਥੀਂ ਉਹ ਸਹੀ ਹੈ। ਅਤੇ ਬਾਅਦ ਦੇ ਵਿੱਚ ਫਿਰ ਇਸ ਨੇ ਜਿਹੜੇ ਉਹਦੇ ਥੱਲੇ ਦੇ ਮੰਤਰੀ ਸਨ ਉਹਨਾਂ ਨੂੰ ਰਿਸ਼ਵਤ ਦੇ ਕੇ ਉੱਥੋਂ ਕੁਝ ਫੌਜ ਲੈ ਕੇ ਵੀ ਮੈਂ ਹਮਲਾ ਕਰਾਵਾਂ ਹਰਿਮੰਦਰ ਸਾਹਿਬ 'ਤੇ ਅਤੇ ਮੈਂ ਗੁਰਤਾ ਗੱਦੀ ਲਵਾਂ। ਉਸ ਸਮੇਂ ਜਿਹੜੇ ਸੁਲਹੀ ਖਾਂ ਅਤੇ ਸੁਲਭੀ ਖਾਂ, ਇਹਨਾਂ ਦਾ ਗੁਰਬਾਣੀ ਅੰਦਰ ਵੀ ਬਚਨ ਆਉਂਦਾ, ਸੁਲਹੀ ਮੂਆ ਹੋਏ ਨਪਾਕ। ਉਹ ਜਿਹੜਾ ਸੁਲਹੀ ਖਾਂ ਪਠਾਨ ਸੀ, ਜਦੋਂ ਉਹ ਚੜ੍ਹਾਈ ਕਰਕੇ ਆਉਣ ਲੱਗਿਆ ਅਤੇ ਸਿੱਖ ਸੰਗਤਾਂ ਨੂੰ ਵੀ ਪਤਾ ਲੱਗਿਆ, ਅਤੇ ਸਿੱਖ ਸੰਗਤਾਂ ਨੇ ਕਿਹਾ ਮਹਾਰਾਜ ਆਪਾਂ ਨੂੰ ਵੀ ਕੋਈ ਤਿਆਰੀ ਕਰਨੀ ਚਾਹੀਦੀ ਹੈ, ਕੋਈ ਬੰਦੋਬਸਤ ਕਰਨਾ ਚਾਹੀਦਾ ਵੀ ਉਹ ਹਮਲਾਵਰ ਹੋ ਕੇ ਆ ਰਿਹਾ ਅਤੇ ਆਪਾਂ ਕੋਈ ਜਵਾਬ ਤਾਂ ਦਈਏ ਵੀ ਬਚਾਅ ਕਿਵੇਂ ਹੋਏਗਾ। ਤਾਂ ਉਸ ਸਮੇਂ ਸਤਿਗੁਰਾਂ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਇਸ ਸਰੂਪ ਦੇ ਅੰਦਰ, ਪੰਜਵੇਂ ਸਰੂਪ ਦੇ ਅੰਦਰ ਸਾਡੇ ਕੋਲ ਆਹ ਸ਼ਸਤਰ ਹਨ, ਅਤੇ ਛੇਵੇਂ ਸਰੂਪ ਦੇ ਅੰਦਰ ਵੀ ਪ੍ਰਤੱਖ ਰੂਪ ਦੇ ਅੰਦਰ ਅਸੀਂ ਇਹ ਸ਼ਸਤਰ ਧਾਰਨ ਕਰ ਲੈਣੇ ਆ, ਹੁਣ ਇਹੀ ਕੰਮ ਕਰਨਗੇ। ਉਸ ਸਮੇਂ ਫਿਰ ਸਤਿਗੁਰਾਂ ਨੇ ਇਹ ਬਚਨ ਉਚਾਰਨ ਕੀਤਾ ਸੀ, ਇਹ ਸ਼ਬਦ ਉਚਾਰਨ ਕੀਤਾ। ਸਤਿਗੁਰੂ ਜੀ ਕਹਿੰਦੇ ਗਰੀਬੀ ਗਦਾ ਹਮਾਰੀ। ਸਤਿਗੁਰੂ ਜੀ ਕਹਿੰਦੇ ਜਿਹੜੀ ਇੱਕ ਸ਼ਸਤਰ ਹੁੰਦਾ ਗਦਾ, ਜਿਸ ਨੂੰ ਗੁਰਜ ਆਖਿਆ ਜਾਂਦਾ, ਜਿਵੇਂ ਆਪਾਂ ਹਨੂੰਮਾਨ ਜੀ ਦੀ ਮੂਰਤੀ ਵੇਖਦੇ ਹਾਂ ਅਤੇ ਉਹਨਾਂ ਦੇ ਮੋਢੇ 'ਤੇ ਇੱਕ ਸ਼ਸਤਰ ਹੁੰਦਾ, ਉਹਨੂੰ ਗੁਰਜ ਆਖਿਆ ਜਾਂਦਾ। ਤਾਂ ਸਤਿਗੁਰੂ ਜੀ ਕਹਿੰਦੇ ਗਰੀਬੀ ਗਦਾ ਹਮਾਰੀ, ਜਿਹੜੀ ਗਰੀਬੀ ਧਾਰਨ ਕਰਨੀ ਹੈ ਨਾ, ਨਿਮਰਤਾ ਧਾਰਨ ਕਰਨੀ ਹੈ, ਇਹੀ ਸਭ ਤੋਂ ਵੱਡੀ ਗੁਰਜ ਹੈ, ਇਹ ਸਭ ਤੋਂ ਵੱਡਾ ਸ਼ਸਤਰ ਹੈ ਕਿ ਜਿਹਦੇ ਅੰਦਰ ਗਰੀਬੀ ਆ ਜਾਏ, ਨਿਮਰਤਾ ਆ ਜਾਏ, ਸਭ ਤੋਂ ਵੱਡੀ ਗੁਰਜ ਹੈ, ਸਭ ਤੋਂ ਵੱਡੀ ਇਹ ਸ਼ਸਤਰ ਹਥਿਆਰ ਹੈ। ਖੰਨਾ ਸਗਲ ਰੇਨ ਸ਼ਾਰੀ। ਖੰਨਾ ਦਾ ਅਰਥ ਹੁੰਦਾ ਖੰਡਾ, ਦੋ ਧਾਰਾ। ਤਾਂ ਸਤਿਗੁਰੂ ਜੀ ਕਹਿੰਦੇ ਸਗਲ ਰੇਨ ਸ਼ਾਰੀ, ਸਭ ਦੀ ਚਰਨ ਧੂੜ ਬਣ ਜਾਣਾ, ਇਹ ਸਭ ਤੋਂ ਵੱਡਾ ਖੰਡਾ ਹੈ। ਉਹ ਖੰਡਾ ਹੈ ਗਿਆਨ ਦਾ। ਗਿਆਨ ਖੜਗ ਲੈ ਮਨ ਸਿਉ ਲੂਝੈ। ਕਿਉਂਕਿ ਧਾਰਮਿਕ ਗ੍ਰੰਥਾਂ ਦੇ ਅੰਦਰ ਜਾਂ ਸਾਡੇ ਜੀਵਨ ਦੇ ਅੰਦਰ ਜਦੋਂ ਆਪਾਂ ਜੰਗ ਵੇਖਦੇ ਹਾਂ ਤਾਂ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਪ੍ਰਤੱਖ ਰੂਪ ਦੇ ਅੰਦਰ ਜੰਗ ਹੈ, ਜਿਹਦੇ ਅੰਦਰ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਦੇ ਹੈ, ਸ਼ਸਤਰ ਵੱਜਦੇ ਹੈ, ਲਹੂ ਡੁੱਲਦਾ, ਸਿਰ ਬਾਹਾਂ ਕਈ ਕੁਛ ਹੁੰਦਾ, ਉਹ ਜੰਗ ਹੈ। ਇੱਕ ਸਾਡੇ ਅੰਤਰੀਵ ਰੂਪ ਦੇ ਅੰਦਰ ਜੰਗ ਹੈ, ਮਨ ਦੇ ਅੰਦਰ ਜੰਗ ਹੁੰਦੀ ਹੈ। ਉਹਦੇ ਵਿੱਚ ਕੀ ਹੈ, ਉੱਥੇ ਵੀ ਦੋ ਫੌਜਾਂ ਲੜਦੀਆਂ, ਇੱਕ ਗਿਆਨ ਦੀ ਹੈ, ਇੱਕ ਅਗਿਆਨ ਦੀ ਹੈ, ਇੱਕ ਵਿਵੇਕ ਰਾਜੇ ਦੀ ਹੈ, ਇੱਕ ਅਵਿਵੇਕ ਰਾਜੇ ਦੀ ਹੈ। ਗਿਆਨ ਅਤੇ ਅਗਿਆਨ ਇਹ ਦੋ ਸ਼ਕਤੀਆਂ ਲੜਦੀਆਂ।
ਤਾਂ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਮਨ ਦੇ ਅੰਦਰ ਇਹ ਗੁਣ ਹੁੰਦੇ ਹੈ, ਜਿਨ੍ਹਾਂ ਦੇ ਕੋਲੇ ਗਿਆਨ ਦਾ ਖੰਡਾ ਹੁੰਦਾ, ਜਿਨ੍ਹਾਂ ਦੇ ਕੋਲੇ ਗਰੀਬੀ ਦੀ ਗੁਰਜ ਹੁੰਦੀ ਹੈ, ਉਹ ਸਤਿਗੁਰੂ ਜੀ ਕਹਿੰਦੇ ਚਾਹੇ ਵੱਡੇ ਤੋਂ ਵੱਡੇ ਦੁਸ਼ਮਣ ਆ ਜਾਣ, ਉਹਨਾਂ ਨੂੰ ਇਹ ਸਗਲ ਰੇਣ ਛਾਰੀ, ਉਹਨਾਂ ਨੂੰ ਇਹ ਸਵਾਹ ਕਰ ਦਿੰਦੇ। ਇਸੇ ਪ੍ਰਕਾਰ ਹੀ ਹੋਇਆ ਜਦੋਂ ਇਹ ਸੁਲਹੀ ਖਾਂ ਚੜ੍ਹ ਕੇ ਗਿਆ ਤੇ ਰਸਤੇ ਦੇ ਵਿੱਚ ਜਿਹੜਾ ਪ੍ਰਿਥੀ ਚੰਦ ਸੀ ਉਹਦਾ ਇੱਕ ਆਵੇ ਉਸ ਨੇ ਇੱਟਾਂ ਦੇ ਪਾਏ ਹੋਏ ਸੀ, ਤੇ ਉਹ ਪ੍ਰਿਥੀ ਚੰਦ ਨੇ ਆਖਿਆ ਸੁਲਹੀ ਖਾਂ ਨੂੰ ਕਿ ਮੇਰੇ ਆਵੇ ਜਿਹੜੇ ਆ ਤੂੰ ਵੇਖ ਕੇ ਚੱਲ, ਇੱਟਾਂ ਪਾਈਆਂ ਹੋਈਆਂ ਮੈਂ ਆਵਿਆਂ ਦੇ ਅੰਦਰ। ਤੇ ਜਦੋਂ ਇਹ ਸੁਲਹੀ ਖਾਂ ਆਵੇ ਵੇਖਣ ਗਿਆ ਤੇ ਉਹਨਾਂ ਆਵਿਆਂ ਦੇ ਉੱਤੇ ਚੜ੍ਹਿਆ ਜਦੋਂ, ਤੇ ਉਹ ਆਵਿਆਂ ਦੇ ਵਿੱਚ ਹੀ ਧਸ ਗਿਆ, ਇੱਟਾਂ ਨਿਕਲ ਗਈਆਂ ਉੱਥੋਂ ਤੇ ਉਹ ਅੱਗ ਦੇ ਵਿੱਚ ਪੈ ਕੇ ਸੜ ਗਿਆ। ਇਸੇ ਕਰਕੇ ਕਿਹਾ ਨਾ, ਮੂਆ ਹੋਏ ਨਪਾਕ, ਅਪਵਿੱਤਰ ਹੋ ਕੇ ਮਰਿਆ, ਕਿਉਂਕਿ ਮੁਸਲਮਾਨ ਜਿਹੜੇ ਆ ਅੱਗ 'ਚ ਸੜ ਕੇ ਮਰਨ ਨੂੰ ਅਪਵਿੱਤਰ ਮੰਨਦੇ ਆ, ਇਸੇ ਕਰਕੇ ਕਬਰ 'ਚ ਦਫਨਾਉਂਦੇ। ਤੇ ਸਤਿਗੁਰੂ ਜੀ ਕਹਿੰਦੇ ਆਪਣੇ ਧਰਮ ਤੋਂ ਗਿਰ ਕੇ ਉਹ ਮਰਿਆ ਜਿਹੜਾ ਚੜ੍ਹ ਕੇ ਆਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇ ਨਿਸ਼ਾਰੀ। ਜਿਹੜੀ ਨਿਮਰਤਾ ਧਾਰਨ ਕਰਨੀ ਹੈ ਸਭ ਤੋਂ ਵੱਡਾ ਗੁਰਜ ਹੈ। ਇਸੇ ਪ੍ਰਕਾਰ ਫਿਰ ਖੰਨਾ ਸਗਲ ਰੇ ਨਿਸ਼ਾਰੀ, ਸਭ ਦੀ ਚਰਨ ਧੂੜ ਬਣ ਜਾਣਾ ਇਹ ਖੰਡਾ ਹੈ। ਇਸੇ ਕਰਕੇ ਸਤਿਗੁਰਾਂ ਦੇ ਬਚਨ ਹਨ, ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਕਿਉਂਕਿ ਜਦੋਂ ਅੰਦਰ ਨਿਮਰਤਾ ਆ ਜਾਂਦੀ ਹੈ ਤੇ ਜਿਹੜਾ ਨਿਮਰਤਾ ਵਾਲਾ ਆਦਮੀ ਹੁੰਦਾ ਉਹਦੇ ਅੰਦਰ ਗੁਣ ਹੁੰਦੇ ਆ। ਜਿਹੜਾ ਕੋਈ ਉੱਚਾ ਆਪਣੇ ਆਪ ਨੂੰ ਸਮਝਦਾ ਉਹਦੇ ਅੰਦਰ ਗੁਣ ਨਹੀਂ ਹੁੰਦੇ, ਉਹਦੇ ਅੰਦਰ ਹੰਕਾਰ ਬੋਲਦਾ। ਇਸ ਕਰਕੇ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੈ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਸਿੰਮਲ ਰੁੱਖ ਸਰਾਏਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੈ ਆਸ ਕਰ ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੈ ਪੱਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਸਤਿਗੁਰੂ ਜੀ ਕਹਿੰਦੇ ਸਿੰਬਲ ਦਾ ਰੁੱਖ ਵੇਖੋ ਕਿੱਡਾ ਮਜ਼ਬੂਤ ਤੇ ਕਿੱਡਾ ਉੱਚਾ ਹੁੰਦਾ, ਲੰਮਾ ਹੁੰਦਾ, ਪਰ ਉਹਨੂੰ ਜਿਹੜੇ ਫਲ ਲੱਗਦੇ ਹੈ, ਜਦੋਂ ਪੰਛੀ ਜਾਂਦੇ ਹੈ, ਕਹਿੰਦੇ ਤੋਤਾ ਜਾਂਦਾ ਤੇ ਤੋਤਾ ਉਹਦੇ ਫਲ ਦੇ ਵਿੱਚ ਜਦੋਂ ਚੁੰਝ ਮਾਰਦਾ, ਉਹਦਾ ਫਲ ਐਸਾ ਸਖਤ ਤੇ ਕਰੜਾ ਹੁੰਦਾ, ਚੁੰਝ ਵਿੱਚੇ ਖੁੱਭ ਜਾਂਦੀ ਹੈ, ਉੱਥੇ ਲਟਕ ਲਟਕ ਕੇ ਮਰ ਜਾਂਦਾ। ਸਿੰਬਲ ਦਾ ਰੁੱਖ ਉੱਚਾ ਬਹੁਤ ਹੈ, ਸਾਰੀ ਦੁਨੀਆ ਦੇ ਅੰਦਰ ਲੋਕ ਉਹਨੂੰ ਵੇਖ ਸਕਦੇ ਵੀ ਉਹ ਵੀ ਸਿੰਬਲ ਦਾ ਰੁੱਖ ਹੈ, ਬੜਾ ਉੱਚਾ ਹੈ, ਪਰ ਉਹਦਾ ਫਲ ਨਹੀਂ ਕੋਈ, ਫੁੱਲ ਨਹੀਂ ਕੋਈ, ਸਭ ਕੁਝ ਬੇਅਰਥ ਹੈ। ਦੂਸਰੇ ਬੰਨੇ ਸਤਿਗੁਰੂ ਜੀ ਕਹਿੰਦੇ ਛੋਟੇ ਛੋਟੇ ਰੁੱਖ ਹੈ, ਬੇਰੀਆਂ ਵੇਖੋ ਨਿੱਕੇ ਨਿੱਕੇ ਝਾੜ ਹੈ ਬੇਰੀਆਂ ਦੇ, ਤੇ ਕਿੱਡੇ ਕਿੱਡੇ ਮਿੱਠੇ ਫਲ ਉਹ ਦੇ ਦਿੰਦੀਆਂ। ਇਸ ਕਰਕੇ ਨੀਵੇਂ ਪੁਣੇ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਸਾਰੇ ਗੁਣ ਆ ਜਾਂਦੇ, ਸਾਰੇ ਜਿਹੜੀਆਂ ਅਛਾਈਆਂ ਉਹ ਆ ਜਾਂਦੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇ ਨਿਸ਼ਾਰੀ। ਜਿਹੜੀ ਨਿਮਰਤਾ ਹੈ ਇਹ ਸਭ ਤੋਂ ਉੱਤਮ ਹੈ, ਇਹ ਇੱਕ ਗੁਰਜ ਦਾ ਸ਼ਾਸਤਰ ਹੈ। ਇਸੇ ਪ੍ਰਕਾਰ ਸਭ ਦੀ ਚਰਨ ਧੂੜ ਬਣ ਜਾਣਾ ਇਹ ਸਭ ਤੋਂ ਵਧੀਆ ਸ਼ਾਸਤਰ ਖੰਡਾ ਹੈ। ਇਸ ਆਗੈ ਕੋ ਨਾ ਟਿਕੈ ਵਿਕਾਰੀ, ਗੁਰ ਪੂਰੇ ਇਹ ਗੱਲ ਸਾਰੀ। ਸਤਿਗੁਰੂ ਜੀ ਕਹਿੰਦੇ ਇਹਨਾਂ ਦੇ ਅੱਗੇ ਕੋਈ ਵੀ ਵਿਕਾਰੀ ਪੁਰਸ਼ ਜਿਹੜਾ ਟਿਕ ਨਹੀਂ ਸਕਦਾ। ਜਿਹਦੇ ਕੋਲੇ ਨਿਮਰਤਾ ਹੈ ਉਹਦੇ ਸਾਹਮਣੇ ਕੋਈ ਵਿਕਾਰ ਨਹੀਂ ਟਿਕ ਸਕਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਭ ਨਾਸ ਹੋ ਜਾਂਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਸ ਆਗੈ ਕੋ ਨਾ ਟਿਕੈ ਵਿਕਾਰੀ, ਕੋਈ ਵੀ ਵਿਕਾਰੀ ਪੁਰਸ਼ ਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਵਿਕਾਰ ਹਨ ਇਹ ਨਹੀਂ ਟਿਕਦੇ ਹਨ, ਇਹ ਨਾਸ ਹੋ ਜਾਂਦੇ ਹਨ। ਗੁਰ ਪੂਰੇ ਇਹ ਗੱਲ ਸਾਰੀ, ਪੂਰੇ ਗੁਰੂ ਨੇ ਇਹ ਜਿਹੜੀ ਗੱਲ ਹੈ, ਇਹ ਜਿਹੜਾ ਉਪਦੇਸ਼ ਹੈ ਉਹ ਸਾਨੂੰ ਸਾਰ ਰੂਪ ਦੇ ਅੰਦਰ, ਸਿਧਾਂਤ ਰੂਪ ਦੇ ਅੰਦਰ ਉਹ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਸਮਝਾਇਆ ਹੈ। ਹਰ ਹਰ ਨਾਮ ਸੰਤਨ ਕੀ ਓਟਾ। ਸਤਿਗੁਰੂ ਜੀ ਕਹਿੰਦੇ ਰੱਬ ਦੇ ਪਿਆਰਿਆਂ ਦੀ ਓਟ ਆਸਰਾ ਜਿਹੜਾ ਹੁੰਦਾ ਨਾ, ਉਹ ਹਰੀ ਪਰਮੇਸ਼ਰ ਦਾ ਨਾਮ ਹੀ ਹੁੰਦਾ। ਇਹੀ ਰੱਬ ਦੇ ਪਿਆਰਿਆਂ ਦੀ ਵੱਡੀ ਢਾਲ ਹੁੰਦੀ ਹੈ, ਕਿਉਂਕਿ ਸੂਰਮਾ ਢਾਲ ਦੇ ਉੱਤੇ ਵਾਰ ਰੋਕਦਾ, ਆਪਣਾ ਬਚਾਅ ਕਰਦਾ। ਤੇ ਜਿਹੜੇ ਰੱਬ ਦੇ ਪਿਆਰੇ ਉਹਨਾਂ ਦੇ ਕੋਲੇ ਨਾਮ ਦੀ ਢਾਲ ਹੁੰਦੀ ਹੈ। ਹਰੀ ਪਰਮੇਸ਼ਰ ਦੇ ਨਾਮ ਦੀ ਓਟ ਲੈ ਕੇ
ਉਹ ਵੱਡੇ ਵੱਡੇ ਵਿਕਾਰ ਜਿਹੜੇ ਆ ਉਹਨਾਂ ਨੂੰ ਨਾਸ ਕਰ ਦਿੰਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਸਾਨੂੰ ਓਟ ਤੇ ਆਸਰਾ ਹੈ। ਜੋ ਸਿਮਰੈ ਤਿਸ ਕੀ ਗਤ ਹੋਵੈ, ਉਧਰ ਹੈ ਸਗਲੇ ਕੋਟਾ। ਸਤਿਗੁਰੂ ਜੀ ਕਹਿੰਦੇ ਜਿਹੜਾ ਇਸ ਨਾਮ ਦਾ ਸਿਮਰਨ ਕਰਦਾ ਹੈ ਤਿਸ ਕੀ ਗਤ ਹੋਵੈ, ਉਹਦੀ ਜਿਹੜੀ ਮੁਕਤੀ ਹੈ ਸੰਸਾਰ ਦੇ ਅੰਦਰੋਂ ਹੋ ਜਾਂਦੀ ਹੈ। ਉਧਰ ਹੈ ਸਗਲੇ ਕੋਟਾ, ਜਿੱਥੇ ਉਹ ਆਪ ਸਿਮਰਨ ਕਰਦਾ ਹੋਇਆ ਤਰ ਜਾਂਦਾ ਭਵਜਲ ਸੰਸਾਰ ਤੋਂ, ਉੱਥੇ ਕਰੋੜਾਂ ਨੂੰ ਹੋਰ ਉਧਾਰ ਦਿੰਦਾ। ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੈ ਏਕ ਕਣੀ। ਆਪਣੇ ਨਾਮ ਦੇ ਨਾਲ ਜਿੱਥੇ ਉਹ ਪਰਮੇਸ਼ਰ ਦਾ ਨਾਮ ਆਪ ਜਪਦਾ, ਆਪ ਜਪੈ ਅਵਰਹਿ ਨਾਮ ਜਪਾਵੈ। ਸਤਿਗੁਰੂ ਜੀ ਕਹਿੰਦੇ ਜਿੱਥੇ ਉਹ ਆਪ ਨਾਮ ਜਪਦਾ ਹੋਇਆ ਸੰਸਾਰ ਤੋਂ ਤਰਦਾ, ਉੱਥੇ ਉਹ ਕਰੋੜਾਂ ਨੂੰ ਹੋਰ ਤਾਰ ਦਿੰਦਾ ਹੈ। ਰਹਾਉ ਸੰਤ ਸੰਗ ਜਸ ਗਾਇਆ, ਇਹੋ ਪੂਰਨ ਹਰ ਧਨ ਪਾਇਆ। ਸਤਿਗੁਰੂ ਜੀ ਕਹਿੰਦੇ ਸੰਤਾਂ ਦੇ ਸੰਗ 'ਚ ਆ ਕੇ ਜਿਨ੍ਹਾਂ ਰੱਬ ਦੇ ਪਿਆਰੇ ਹਨ, ਜਿਨ੍ਹਾਂ ਨੇ ਨਾਮ ਨੂੰ ਜਪਿਆ ਹੈ, ਜਿਨ੍ਹਾਂ ਨੇ ਨਾਮ ਦੀਆਂ ਬਰਕਤਾਂ ਨੂੰ ਆਪਣੇ ਜੀਵਨ ਦੇ ਅੰਦਰ ਮਹਿਸੂਸ ਕੀਤਾ ਹੈ, ਉਹਨਾਂ ਦੀ ਸੰਗਤ ਦੇ ਵਿੱਚ ਆ ਕੇ ਜਸ ਗਾਇਆ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਜਸ ਨੂੰ ਗਾਇਨ ਕੀਤਾ ਹੈ, ਇਹੋ ਪੂਰਨ ਹਰ ਧਨ ਪਾਇਆ। ਸਤਿਗੁਰੂ ਜੀ ਕਹਿੰਦੇ ਇਹ ਨਾਮ ਦਾ ਜਿਹੜਾ ਅਸਲੀ ਧਨ ਸੀ, ਪੂਰਨ ਸਹੀ ਧਨ ਸੀ, ਉਹ ਪ੍ਰਾਪਤ ਕਰ ਲਿਆ। ਕਿਉਂਕਿ ਨਾਮ ਦਾ ਜਿਹੜਾ ਧਨ ਹੈ ਨਾ, ਉਹ ਸਭ ਤੋਂ ਸਹੀ ਅਤੇ ਉੱਤਮ ਹੈ, ਜਿਹੜਾ ਸਭ ਥਾਵਾਂ 'ਤੇ ਚੱਲਦਾ। ਸੰਸਾਰੀ ਧਨ ਜੇ ਆਪਾਂ ਵੇਖਦੇ ਹਾਂ, ਆਪਣੇ ਦੇਸ਼ ਦੀ ਕਰੰਸੀ ਹੋਰ ਹੈ, ਫੋਰਨ ਕੰਟਰੀਆਂ ਦੀ ਹੋਰ ਹੈ। ਆਪਣਾ ਉੱਧਰ ਨਹੀਂ ਚੱਲ ਸਕਦਾ, ਉੱਧਰਲਾ ਇੱਧਰ ਨਹੀਂ ਚੱਲ ਸਕਦਾ, ਉਹਨੂੰ ਬਦਲਾਉਣਾ ਪੈਂਦਾ। ਪਰ ਜਿਹੜਾ ਨਾਮ ਦਾ ਧਨ ਹੈ, ਹਰੀ ਪਰਮੇਸ਼ਰ ਦੇ ਨਾਮ ਦਾ ਧਨ ਹੈ, ਉਹ ਤਾਂ ਸਭ ਥਾਵਾਂ 'ਤੇ ਚੱਲਦਾ। ਇਸ ਲੋਕ 'ਚ ਵੀ ਚੱਲਦਾ, ਪਰਲੋਕ 'ਚ ਵੀ ਚੱਲਦਾ। ਜਿਹੜੀ ਦੁਨੀਆ ਅਸੀਂ ਨਹੀਂ ਵੇਖੀ ਉੱਥੇ ਵੀ ਚੱਲ ਜਾਂਦਾ। ਐਸਾ ਨਾਮ ਦਾ ਧਨ ਹੈ। ਇਸ ਕਰਕੇ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕੱਚਾ ਧਨ ਸੰਚ ਹੈ, ਮੂਰਖ ਗਾਵਾਰ। ਇਹ ਕੱਚਾ ਧਨ ਹੈ, ਸਾਚਾ ਧਨ ਗੁਰਮਤੀ ਪਾਏ। ਕੱਚਾ ਧਨ ਫੁਣ ਆਵੈ ਜਾਏ। ਕੱਚਾ ਅਤੇ ਸੱਚਾ ਦੋ ਤਰ੍ਹਾਂ ਦਾ ਧਨ ਸਤਿਗੁਰੂ ਜੀ ਬਿਆਨ ਕਰਦੇ ਹੈ ਵੀ ਜਿਹੜਾ ਇਹ ਕੱਚਾ ਧਨ ਹੈ ਨਾ ਸੰਸਾਰ ਦਾ, ਇਹ ਆਉਂਦਾ ਅਤੇ ਜਾਂਦਾ ਰਹਿੰਦਾ। ਕਈ ਵਾਰ ਇਹ ਜਾਣ ਲੱਗਿਆ ਦੁੱਖ ਵੀ ਐਸਾ ਦੇ ਜਾਂਦਾ ਕਿ ਬੰਦਾ ਸਾਰੀ ਉਮਰ ਨਹੀਂ ਉੱਠ ਸਕਦਾ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਸਾਚਾ ਧਨ ਗੁਰਮਤੀ ਪਾਏ। ਸੱਚਾ ਧਨ ਹੈ ਨਾ ਜਿਹੜਾ ਨਾਮ ਦਾ, ਉਹ ਗੁਰੂ ਦੀ ਮੱਤ ਦੁਆਰਾ ਪ੍ਰਾਪਤ ਹੁੰਦਾ ਕਿ ਅਸਲੀ ਧਨ ਤੇ ਆਹ ਹੈ। ਇਹ ਜਿਹੜਾ ਕੱਚਾ ਹੈ ਤੇ ਸਰੀਰ ਦੀਆਂ ਲੋੜਾਂ ਹਨ, ਸਰੀਰ ਦੀਆਂ ਲੋੜਾਂ ਦੀ ਪੂਰਤੀ ਵਾਸਤੇ ਇਹ ਚਾਹੀਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਇਹੋ ਪੂਰਨ ਹਰ ਧਨ ਪਾਇਆ। ਜਿਹੜਾ ਪੂਰਨ ਅਤੇ ਸਹੀ ਸਭ ਤੋਂ ਉੱਤਮ ਜਿਹੜਾ ਧਨ ਸੀ ਹਰੀ ਪਰਮੇਸ਼ਰ ਦੇ ਨਾਮ ਦਾ, ਉਹ ਅਸੀਂ ਪਾ ਲਿਆ, ਪ੍ਰਾਪਤ ਕਰ ਲਿਆ ਹੈ। ਕਹੋ ਨਾਨਕ ਆਪ ਮਿਟਾਇਆ, ਸਭ ਪਾਰ ਬ੍ਰਹਮ ਨਦਰੀ ਆਇਆ। ਸਤਿਗੁਰੂ ਜੀ ਕਹਿੰਦੇ ਉਹ ਨਾਮ ਨੂੰ ਪ੍ਰਾਪਤ ਕਰਕੇ ਸਾਨੂੰ ਕੀ ਪ੍ਰਾਪਤੀ ਅੱਗੇ ਹੋਈ ਹੈ, ਉਹ ਨਾਮ ਦੁਆਰਾ ਕੀ ਕੁਝ ਸਾਨੂੰ ਮਿਲਦਾ। ਕਹੋ ਨਾਨਕ ਆਪ ਮਿਟਾਇਆ। ਇਹ ਨਾਮ ਦੁਆਰਾ ਜਿਹੜਾ ਆਪਾ ਭਾਵ ਸੀ ਨਾ, ਆਪ ਦੀ ਹਸਤੀ ਸੀ ਜਿਹੜੀ, ਉਹ ਮਿਟ ਜਾਂਦੀ ਹੈ। ਨਾਮ ਦੁਆਰਾ ਜਿਹੜਾ ਹੰਕਾਰ ਹੈ ਉਹ ਖਤਮ ਹੋ ਜਾਂਦਾ। ਕਿਉਂਕਿ ਨਾਮ ਇੱਕ ਐਸੀ ਸ਼ਕਤੀ ਹੈ ਕਿ ਜਦੋਂ ਨਾਮ ਅੰਦਰ ਵਸਣ ਲੱਗ ਜਾਏ, ਨਾਮ ਬੰਦਾ ਜਪਣ ਲੱਗ ਜਾਏ, ਅਤੇ ਫਿਰ ਆਪਣੀ ਜਿਹੜੀ ਹੰਗਤਾ ਹੁੰਦੀ ਹੈ, ਮੈਂ ਹੁੰਦੀ, ਉਹ ਮਰ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਪ ਮਿਟਾਇਆ। ਆਪਣਾ ਜਿਹੜਾ ਆਪਾ ਭਾਵ ਸੀ ਨਾ, ਹੰਗਤਾ ਜਿਹੜੀ ਸੀ, ਉਹ ਮਾਰ ਦਿੱਤੀ। ਕਿਉਂਕਿ ਜਿੰਨਾ ਚਿਰ ਵੀ ਆਪਣਾ ਹੰਕਾਰ ਨਹੀਂ ਛੱਡਦਾ, ਮਿੱਟੀ ਦੇ ਵਿੱਚ ਨਹੀਂ ਮਿਲਦਾ, ਮਿੱਟੀ ਦੇ ਵਿੱਚ ਮਿੱਟੀ ਨਹੀਂ ਹੁੰਦਾ, ਉਹਨਾਂ ਚਿਰ ਉਹਦਾ ਬੂਟਾ ਨਹੀਂ ਬਣਦਾ, ਉਹਨਾਂ ਚਿਰ ਉਹਦੇ ਫਲ ਨਹੀਂ ਲਏ ਜਾ ਸਕਦੇ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਆਪ ਦੇ ਹੰਗਤਾਂ ਨੂੰ ਮਾਰ ਕੇ, ਆਪਣੇ ਹਸਤੀ ਨੂੰ ਛੱਡ ਕੇ, ਮੈਂ ਤੇ ਮੇਰੀ ਦਾ ਤਿਆਗ ਕਰਕੇ, ਉਹ ਨਾਮ ਜਿਹੜਾ ਉਹਦੀ ਪ੍ਰਾਪਤੀ ਹੁੰਦੀ ਹੈ। ਜਿਸ ਨੇ ਆਪਣੀ ਹਸਤੀ ਮੇਟ ਦਿੱਤੀ, ਆਪਣੀ ਹੰਗਤਾ ਛੱਡ ਦਿੱਤੀ, ਸਭ ਪਾਰ ਬ੍ਰਹਮ ਨਦਰੀ ਆਇਆ। ਫਿਰ ਸਭ ਪਾਸੇ ਉਸ ਨੂੰ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਉਹ ਨਿਗਾਹ 'ਚ ਆਉਂਦਾ। ਕਿਉਂਕਿ ਜਿਸ ਨੇ ਆਪਣੇ ਅੰਦਰ ਰੱਬ ਵੇਖ ਲਿਆ, ਉਹਨੂੰ ਸਭ ਚੀਜ਼ ਦਿਸੇਗਾ।
ਜਿਹਦਾ ਆਪਦਾ ਭਰਮ ਟੁੱਟ ਗਿਆ, ਆਪਦਾ ਹੰਕਾਰ ਜਿਹਦਾ ਛੁੱਟ ਗਿਆ ਵੀ ਮੇਰੇ ਅੰਦਰ ਵੀ ਉਹ ਹੈ, ਉਹ ਜਿਸ ਨੇ ਵੇਖ ਲਿਆ ਫਿਰ ਉਹ ਦੂਜੇ ਅੰਦਰ ਵੀ ਵੇਖਦਾ, ਉਹਦੇ ਅੰਦਰ ਵੀ ਉਹੀ ਹੈ, ਦੂਸਰੇ ਅੰਦਰ ਵੀ ਉਹੀ ਹੈ। ਇਹ ਜਿੰਨੇ ਸੰਸਾਰ ਦੇ ਪਸ਼ੂ ਪਰਿੰਦੇ ਬੋਲਦੇ ਆ, ਸਭ 'ਚ ਉਹੀ ਬੋਲਦਾ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿਨ੍ਹਾਂ ਦੇ ਅੰਦਰੋਂ ਹੰਕਾਰ ਮਿਟ ਗਿਆ, ਉਹਨਾਂ ਨੂੰ ਹੀ ਸੰਸਾਰ ਦੇ ਸਭ ਜੀਆਂ 'ਚ ਰੱਬ ਦਿਸਦਾ। ਅਤੇ ਜਿੰਨਾ ਚਿਰ ਹੰਕਾਰ ਬਣਿਆ ਰਹਿੰਦਾ, ਮੈਂ ਮੇਰੀ ਬਣੀ ਰਹਿੰਦੀ ਹੈ, ਉਹਨਾਂ ਚਿਰ ਬੰਦਾ ਚੀਜ਼ਾਂ ਦੇ ਨਾਲ ਵੀ ਇਹ ਮੇਰੀ ਹੈ, ਇਹ ਤੇਰੀ ਹੈ। ਉੱਥੇ ਫਿਰ ਜਿਹੜਾ ਉਹ ਦਵੈਤ ਭਾਵ ਪੈਦਾ ਹੁੰਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾਮ ਦੁਆਰਾ, ਅਸਲੀ ਧਨ ਦੁਆਰਾ ਫਿਰ ਸਤਿਗੁਰੂ ਜੀ ਕਹਿੰਦੇ ਆਪ ਮਿਟਾਇਆ। ਆਪਣਾ ਆਪਾ ਭਾਵ ਸੀ ਨਾ ਜਿਹੜਾ, ਉਹ ਮਿਟ ਗਿਆ, ਜਿਸ ਦਾ ਸਦਕਾ ਸਭ ਪਾਰ ਬ੍ਰਹਮ ਨਦਰੀ ਆਇਆ। ਸਭ ਦੇ ਵਿੱਚ ਜੋ ਹਰੀ ਪਰਮੇਸ਼ਰ ਮਿਲਿਆ ਹੋਇਆ ਉਹ ਨਦਰੀ ਆ ਜਾਂਦਾ, ਉਹ ਦਿਸਣ ਲੱਗ ਪੈਂਦਾ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਤਿਗੁਰੂ ਜੀ ਕਹਿੰਦੇ ਤੁਸੀਂ ਇਹ ਸੰਸਾਰ ਨੂੰ ਵੇਖਦੇ ਹੋ ਅਤੇ ਇਹਨੂੰ ਉਸ ਨਿਗਾਹ ਦੇ ਨਾਲ ਵੇਖੋਗੇ ਜਿਹੜੀ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਅਤੇ ਤੁਹਾਨੂੰ ਸਾਰਾ ਹੀ ਰੱਬ ਦਾ ਰੂਪ ਦਿਸੇਗਾ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਆਸਾ ਜੀ ਦੀ ਵਾਰ ਦੇ ਅੰਦਰ ਸਤਿਗੁਰੂ ਜੀ ਬਚਨ ਕਰਦੇ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਮਹਾਰਾਜ ਕਹਿੰਦੇ ਰਾਜਾ ਵੀ ਝੂਠਾ, ਪਰਜਾ ਵੀ ਝੂਠੀ, ਸੰਸਾਰ ਵੀ ਝੂਠਾ। ਫਿਰ ਉਸੇ ਹੀ ਵਾਰ ਦੇ ਅੰਦਰ ਸਤਿਗੁਰੂ ਜੀ ਬਚਨ ਕਰਦੇ ਆ, ਇਹੋ ਜਗ ਸੱਚੇ ਕੀ ਹੈ ਕੋਠੜੀ। ਫਿਰ ਸਤਿਗੁਰੂ ਜੀ ਕਹਿੰਦੇ ਜਗਤ ਸੱਚਾ ਵੀ ਹੈ। ਅਤੇ ਫਿਰ ਸਤਿਗੁਰੂ ਜੀ ਇਹ ਸਮਝਾ ਸਾਨੂੰ ਕੀ ਰਹੇ ਹੈ ਵੀ ਇੱਕ ਬੰਨੇ ਝੂਠਾ ਕਹਿ ਰਹੇ, ਇੱਕ ਬੰਨੇ ਸੱਚਾ ਕਹਿ ਰਹੇ ਆ। ਅਤੇ ਸਤਿਗੁਰੂ ਜੀ ਜਵਾਬ ਦਿੰਦੇ ਆ, ਤੁਧ ਬਾਝ ਕੂੜੋ ਕੂੜ, ਕਿ ਪਰਮੇਸ਼ਰ ਵਾਹਿਗੁਰੂ ਤੇਰੇ ਤੋਂ ਬਿਨਾਂ, ਤੇਰੇ ਗਿਆਨ ਤੋਂ ਬਿਨਾਂ ਇਹ ਝੂਠਾ ਹੀ ਹੈ। ਜੇ ਤੇਰਾ ਗਿਆਨ ਸਾਡੇ ਅੰਦਰ ਹੈ, ਤੇਰੀ ਬੰਦਗੀ ਅਤੇ ਨਾਮ ਸਾਡੇ ਅੰਦਰ ਹੈ, ਫੇਰ ਹੀ ਇਹ ਸੱਚਾ ਲੱਗਦਾ। ਜੇ ਨਾਮ ਨਹੀਂ ਫਿਰ ਇਹ ਝੂਠਾ ਹੀ ਹੈ, ਕਿਉਂਕਿ ਫਿਰ ਉਹ ਨਾਮ ਅੰਦਰ ਨਹੀਂ ਹੈ, ਆਪਣੀ ਆਪੇ ਦੀ ਸਾਨੂੰ ਪਛਾਣ ਨਹੀਂ ਹੈ, ਅਤੇ ਸੰਸਾਰ ਦੇ ਵਿੱਚ ਵੀ ਉਹ ਨਹੀਂ ਦਿਸਣਾ। ਫਿਰ ਤਾਂ ਅਸੀਂ ਜਿੰਨੀਆਂ ਚੀਜ਼ਾਂ ਨੂੰ ਉਜੋੜੀ ਜਾਵਾਂਗੇ, ਮੇਰੀ ਇਹ ਮੇਰੀ ਇਹ, ਅਖੀਰ 'ਤੇ ਜਾ ਕੇ ਉਹ ਝੂਠੀਆਂ ਬਣ ਜਾਣਗੀਆਂ ਵੀ ਨਹੀਂ ਤੇਰੀਆਂ ਤਾਂ ਹੈ ਹੀ ਨਹੀਂ ਇਹ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਸਭ ਪਾਰ ਬ੍ਰਹਮ ਨਦਰੀ ਆਇਆ। ਜਿਨ੍ਹਾਂ ਦੇ ਅੰਦਰੋਂ ਆਪਾ ਭਾਵ ਮਿਟ ਗਿਆ, ਹੰਕਾਰ ਖਤਮ ਹੋ ਗਿਆ, ਉਹਨਾਂ ਨੂੰ ਫਿਰ ਸਭ ਥਾਵਾਂ ਦੀ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਜਿਹੜਾ ਉਹ ਨਦਰੀ ਆ ਗਿਆ, ਉਹ ਦਿਸ ਪਿਆ। ਜਲੇ ਹਰੀ, ਥਲੇ ਹਰੀ, ਈਹਾਂ ਹਰੀ, ਊਹਾਂ ਹਰੀ। ਇਹ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਬਚਨ ਹਨ ਕਿ ਸਭ ਥਾਵਾਂ 'ਤੇ ਉਹ ਹੈ ਪਰਮੇਸ਼ਰ ਵਾਹਿਗੁਰੂ। ਇਹ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਾਂ ਨੂੰ ਸੋਰਠ ਰਾਗ ਦੇ ਅੰਦਰ ਇਹ ਮਹਾਨ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਨੂੰ ਆਪਾਂ ਰਲ ਮਿਲ ਕੇ ਵਿਚਾਰਿਆ ਹੈ, ਪੜ੍ਹਿਆ ਹੈ, ਸੁਣਿਆ ਹੈ। ਜਿੱਥੇ ਆਪਾਂ ਇਹਨਾਂ ਨੂੰ ਪੜ੍ਹਿਆ ਅਤੇ ਸੁਣਿਆ, ਵਿਚਾਰਿਆ ਹੈ, ਉੱਥੇ ਆਪਣੇ ਜੀਵਨ ਦੇ ਅੰਦਰ ਧਾਰਨ ਕਰਕੇ ਆਪਾਂ ਵੀ ਨਾਮ ਦੀ ਕਮਾਈ ਦੁਆਰਾ, ਗੁਰੂ ਦੇ ਉਪਦੇਸ਼ਾਂ ਦੁਆਰਾ ਆਪਣਾ ਜਿਹੜਾ ਜੀਵਨ ਹੈ ਉਹਨੂੰ ਸਫਲ ਬਣਾਈਏ। ਇੰਨੀਆਂ ਕੁ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ। ਅੱਜ ਪਹਿਲਾ ਦਿਨ ਸੀ, ਇਸੇ ਪ੍ਰਕਾਰ ਹੀ ਇਹ ਨੀਅਤ ਕੀਤੇ ਹੋਏ ਸਮੇਂ 'ਤੇ ਸਭ ਸੰਗਤਾਂ ਨੇ ਪਹੁੰਚ ਕੇ ਗੁਰੂ ਕੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਹਨ। ਸੋ ਸਤਿਗੁਰੂ ਜੀ ਮਹਾਨ ਕਿਰਪਾ ਕਰਨ, ਹੋਈਆਂ ਬੇਅੰਤ ਭੁੱਲਾਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਹੁਣ ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ, ਉਸ ਤੋਂ ਉਪਰੰਤ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ। ਸੰਤ ਸੰਗ ਜਸ ਗਾਇਆ, ਇਹੋ ਪੂਰਨ ਹਰ ਧਨ ਪਾਇਆ। ਕਹੋ ਨਾਨਕ ਆਪ ਮਿਟਾਇਆ, ਸਭ ਪਾਰ ਬ੍ਰਹਮ ਨਦਰੀ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ। ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ।
ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ।